ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼ਾਹੋ ਸਹਿਤ ਇਮ ਪੈਂਦ ਕੋ, ਭਾਖਿਓ ਸਕਲ ਪ੍ਰਸੰਗ। ਸ਼੍ਰੀ ਹਰਿ ਗੋਬਿੰਦ ਚੰਦ ਕੋ, ਸੁਨਹੁ ਪ੍ਰੇਮ ਕੇ ਸੰਗ। ਸ਼ਾਹੋ ਸਹਿਤ ਇਮ ਪੈਂਦ ਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਹਾਜ਼ਰ ਨਾਜ਼ਰ ਪ੍ਰਤੱਖ ਸਰੂਪ, ਗੁਰਤਾ ਗੱਦੀ ਦੇ ਸਿੰਘਾਸਣ ਪਰ ਸੁਭਾਏਮਾਨ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤਿਗੁਰਾਂ ਦੀ ਸਾਜੀ ਨਿਵਾਜੀ ਹੋਈ ਸਾਧ ਸੰਗਤ ਜੀ। ਆਪ ਸਰਬੱਤ ਸੰਗਤਾਂ ਵਡਭਾਗੀ ਹੋ, ਜਿਨ੍ਹਾਂ ਨੂੰ ਸੋਢੀ ਸੁਲਤਾਨ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਆਂ ਦੇ ਮਹਾਨ ਪਾਵਨ ਪਵਿੱਤਰ ਅਸਥਾਨ ਡਿਠੇ ਸਭੇ ਥਾਵ ਨਹੀਂ ਤੁਧ ਜਿਹਿਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰਨ ਦਾ, ਅੰਮ੍ਰਿਤ ਸਰੋਵਰ ਦਾ ਇਸ਼ਨਾਨ ਕਰਨ ਦਾ, ਇਹ ਯਾਤਰਾ ਕਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਸੋ ਸਾਧ ਸੰਗਤ ਜੀ, ਆਪ ਦੀ ਸਤਿਗੁਰਾਂ ਦੀ ਕਿਰਪਾ ਦਾ ਸਦਕਾ ਗੁਰਦੁਆਰਾ ਦੀਵਾਨ ਹਾਲ ਸ੍ਰੀ ਮੰਜੀ ਸਾਹਿਬ ਜੀ ਵਿਖੇ ਹਾਜ਼ਰੀਆਂ ਭਰਦੇ ਹੋਏ ਸਤ ਸੰਗਤ ਦੀਆਂ ਘੜੀਆਂ ਦਾ ਆਪ ਦੀ ਲਾਹਾ ਪ੍ਰਾਪਤ ਕਰ ਰਹੇ ਹੋ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋ ਰਹੀ ਹੈ। ਸੋ ਆਓ, ਜੋ ਰੋਜ਼ਾਨਾ ਹੀ ਬੜੇ ਪਿਆਰ ਦੇ ਸਹਿਤ ਆਪ ਦੀ ਗੁਰੂ ਸਾਹਿਬ ਜੀ ਦੇ ਲੜੀਵਾਰ ਇਤਿਹਾਸ ਦੀ ਕਥਾ ਨੂੰ ਸਰਵਣ ਕਰਦੇ ਹੋ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਜੀਵਨ ਚੱਲ ਰਿਹਾ ਹੈ। ਸੱਚੇ ਪਾਤਸ਼ਾਹ ਕਰਤਾਰਪੁਰ ਸਾਹਿਬ ਜੀ ਦੀ ਧਰਤੀ ਤੇ ਹਨ। ਸਾਧ ਸੰਗਤ ਪੈਂਦੇ ਖਾਂ, ਜਿਸ ਨੂੰ ਮਹਾਰਾਜ ਜੀ ਨੇ ਆਪਣੇ ਹੱਥੀਂ ਪਾਲਿਆ ਸੀ, ਉਹ ਨਮਕ ਹਰਾਮੀ ਹੋ ਕਰਕੇ ਬਾਦਸ਼ਾਹ ਦੇ ਕੋਲ ਜਾ ਕੇ ਫਰਿਆਦੀ ਹੋਇਆ ਹੈ। ਸੋ ਇਸ ਤਰ੍ਹਾਂ ਸ਼ਾਹਜਹਾਨ ਦੇ ਨਾਲ ਵਿਚਾਰ ਕਰਕੇ ਕਾਲੇ ਖਾਂ ਜਿਹੜਾ ਸੀ 50,000 ਦੀ ਫੌਜ ਲੈ ਕੇ ਮਹਾਰਾਜ ਜੀ ਤੇ ਚੜ੍ਹਾਈ ਕਰਕੇ ਆ ਰਿਹਾ, ਕਿਉਂਕਿ ਪੈਂਦੇ ਖਾਂ ਨੇ ਇਹ ਕਾਲੇ ਖਾਂ ਨੂੰ ਜਿਹੜਾ ਚੜ੍ਹਾ ਕਰਕੇ ਲੈ ਕੇ ਆਂਦਾ ਨਾਲ ਖੋਜਾ ਅਨਵਰ ਖਾਂ, 2000 ਫੌਜ ਇਹਦੇ ਨਾਲ ਹੈ। ਇਸੇ ਤਰ੍ਹਾਂ ਸਾਧ ਸੰਗਤ ਜਲੰਧਰ ਦਾ ਸੂਬਾ ਜਿਹੜਾ ਕੁਤਬਦੀਨ ਹੈ, ਇਹ ਵੀ ਇਹਨਾਂ ਦੇ ਨਾਲ ਰਲਿਆ ਹੈ। 70,000 ਤੋਂ ਵੱਧ ਜਿਹੜੀ ਫੌਜ ਚੜ੍ਹ ਕਰਕੇ ਜਲੰਧਰ ਪਹੁੰਚੀ ਹੈ। ਇਸ ਤਰ੍ਹਾਂ ਜਲੰਧਰ ਦਾ ਸੂਬਾ, ਇਹ ਸਾਰੀ ਜਿੰਨੀ ਫੌਜ ਚੜ੍ਹ ਕੇ ਆਈ, ਇਹਨਾਂ ਦੀ ਸਾਂਭ ਸੰਭਾਲ ਕਰ ਰਿਹਾ ਹੈ। ਸੋ ਜਿਵੇਂ ਹੁਣ ਫੌਜ ਅੱਗੇ ਚੜ੍ਹਾਈ ਕਰੇਗੀ, ਚੜ੍ਹਾਈ ਕਰਨ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਥਾ ਦਾ ਕਵੀ ਰਾਜ ਭਾਈ ਸੰਤੋਖ ਸਿੰਘ ਸਾਹਿਬ ਜੀ ਜ਼ਿਕਰ ਕਰਦੇ ਹਨ। ਸੋ ਕਹਿਣ ਲੱਗੇ ਵੀ ਇਹ ਆਪਣੀਆਂ ਵਿਚਾਰਾਂ ਮੀਟਿੰਗਾਂ ਕਰ ਰਹੇ ਹਨ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਕਿਵੇਂ ਹਮਲਾ ਕੀਤਾ ਜਾ ਸਕੇ, ਕਿਉਂਕਿ 3 ਜੰਗ ਪਹਿਲਾਂ ਮਹਾਰਾਜ ਜੀ ਦੇ ਨਾਲ ਲੜੇ ਹਨ। ਇਹ ਤਿੰਨਾਂ ਜੰਗਾਂ ਦੇ ਵਿੱਚ ਸਤਿਗੁਰੂ ਜੀ ਨੇ ਕੋਈ ਵੀ ਜਰਨੈਲ ਜਿਉਂਦਾ ਵਾਪਸ ਨਹੀਂ ਜਾਣ ਦਿੱਤਾ। ਕਹਿੰਦੇ ਜਿਹੜੇ ਚੜ੍ਹ ਕੇ ਆਏ ਸੀ, ਕੋਈ ਜਰਨੈਲ ਜਿਉਂਦਾ ਵਾਪਸ ਨਹੀਂ ਆਇਆ। ਇਸ ਕਰਕੇ ਜਾ ਕੇ ਦੇਖਣਾ ਚਾਹੀਦਾ ਹੈ ਵੀ ਸਤਿਗੁਰੂ ਜੀ ਦੇ ਕੋਲ ਕਿਵੇਂ ਦੀ ਤਿਆਰੀ ਹੈ। ਪੈਂਦੇ ਖਾਂ ਕਹਿਣ ਲੱਗਾ, ਤਿਆਰੀ ਨੂੰ ਛੱਡੋ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਤੇ ਮੈਂ ਹੀ ਜੰਗ ਦੇ ਮੈਦਾਨ ਦੇ ਅੰਦਰ ਸਾਂਭ ਲਵਾਂਗਾ। ਫਿਰ ਕਾਲੇ ਖਾਂ ਕਹਿਣ ਲੱਗਾ ਵੀ ਪੈਂਦੇ ਖਾਂ, ਗੱਲਾਂ ਬਾਤਾਂ ਦੇ ਨਾਲ ਹੀ ਸਾਰੀਆਂ ਗੱਲਾਂ ਦੇ ਹੱਲ ਨਹੀਂ ਨਿਕਲਦੇ, ਕੁਝ ਨੀਤੀ ਵੀ ਵਿਚਾਰਨੀ ਚਾਹੀਦੀ ਹੈ। ਇਸ ਕਰਕੇ ਖੋਜਾ ਅਨਵਰ ਖਾਂ ਨੂੰ ਆਪਾਂ ਭੇਜਾਂਗੇ ਵੀ ਗੁਰੂ ਸਾਹਿਬ ਨੇ ਕਿਤੇ ਕੋਈ ਜੰਗ ਦੇ ਮੈਦਾਨ ਵਾਸਤੇ ਕਿਲਾ ਤੇ ਨਹੀਂ ਉਸਾਰਿਆ, ਵੀ ਸਤਿਗੁਰੂ ਜੀ ਦੀ ਤਿਆਰੀ ਕਿਸ ਤਰ੍ਹਾਂ ਦੀ ਹੈ।
ਕਿਉਂਕਿ ਅੱਗੇ ਜਿਹੜੇ 3 ਜਰਨੈਲ ਚੜ੍ਹ ਕੇ ਗਏ ਸਨ, ਸਿਪਾਹੀ ਤੇ ਭਾਵੇਂ ਕੋਈ ਭੱਜ ਗਿਆ ਹੋਵੇ ਪਰ ਕੋਈ ਜਰਨੈਲ ਜਿਉਂਦਾ ਮਹਾਰਾਜ ਨੇ ਨਹੀਂ ਜਾਣ ਦਿੱਤਾ। ਇਸ ਕਰਕੇ ਸਾਰੀ ਜਿਹੜੀ ਹੈ ਇਹ ਜਾ ਕੇ ਇਹਦਾ ਹਿਸਾਬ ਲਾਉਣਾ ਚਾਹੀਦਾ, ਤਰਤੀਬ ਕਰਨੀ ਚਾਹੀਦੀ, ਵਿਚਾਰਨਾ ਚਾਹੀਦਾ ਹੈ। ਖੋਜਾ ਅਨਵਰ ਖਾਨ ਸਾਧ ਸੰਗਤ ਕਹਿੰਦਾ ਵੀ ਤੁਸੀਂ ਬਿਲਕੁਲ ਠੀਕ ਆਖਿਆ ਵੀ ਮੈਂ ਜਾ ਕੇ ਅੱਗੇ ਦੇਖਾਂਗਾ। ਇੱਧਰ ਇਹ ਆਪਣੀਆਂ ਮੀਟਿੰਗਾਂ ਕਰ ਰਹੇ ਹਨ, ਇੱਧਰ ਆਓ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਥਾ ਦਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਜੀ ਜਿਵੇਂ ਜ਼ਿਕਰ ਕਰਦੇ ਬੜੇ ਪਿਆਰ ਦੇ ਨਾਲ। ਸਤਿਗੁਰੂ ਦੀ ਕਿਰਪਾ ਕਰਨ ਰਲ ਮਿਲ ਕਰਕੇ ਆਪਾਂ ਸਤਿਗੁਰਾਂ ਦੇ ਪਾਵਨ ਇਤਿਹਾਸ ਦੀ ਆਰੀ ਕਥਾ ਨੂੰ ਸਰਵਣ ਕਰੀਏ, ਕਿਉਂਕਿ ਸਾਧ ਸੰਗਤ ਗੁਰੂ ਕਾ ਜਸ ਕਰਨਾ ਕਿਸੇ ਦੀ ਡਿਊਟੀ ਲੱਗੀ ਹੈ ਵੀ ਸਤਿਗੁਰੂ ਜੀ ਦੇ ਭਜਨ ਸੁਣਾਉਣੇ। ਸੋ ਕਿਸੇ ਦੀ ਇਹ ਡਿਊਟੀ ਵੀ ਬੈਠ ਕੇ ਪਿਆਰ ਦੇ ਨਾਲ ਸਤਿਗੁਰਾਂ ਦਾ ਇਤਿਹਾਸ ਗੁਰੂ ਕਾ ਜਸ ਸਰਵਣ ਕਰਨਾ। ਇਹ ਗੁਰੂ ਕੀ ਕਿਰਪਾ ਦਾ ਸਦਕਾ ਹੈ, ਇਹਦੇ ਵਿੱਚ ਕੋਈ ਸਾਡੀ ਸਿਆਣਪ ਨਹੀਂ, ਸਾਡਾ ਕੋਈ ਬਲ ਨਹੀਂ। ਵਾਰ-ਵਾਰ ਅਰਦਾਸ ਕਰਨੀ ਚਾਹੀਦੀ ਹੈ ਵੀ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ। ਕਿ ਸਤਿਗੁਰੂ ਜੀ ਆਪ ਜੀ ਦੇ ਗੁਣ ਗਾਉਣ ਦਾ, ਤੁਹਾਡੇ ਦਰ ਦੀ ਸੇਵਾ ਕਰਨ ਦਾ, ਇਹ ਬਾਣੀ ਪੜ੍ਹਨ ਦਾ ਸਾਡੇ ਮਨ ਅੰਦਰ ਚਾਅ ਚੜਿਆ ਰਵੇ। ਇਹ ਸੰਗਤਾਂ ਤੋਂ ਅਸੀਸਾਂ ਲੈਣੀਆਂ, ਕਿਉਂਕਿ ਸਾਧ ਸੰਗਤ ਜਿਹੜਾ ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਆਪਾਂ ਪਾਠ ਕਰਦੇ ਹਾਂ, ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਵੀ ਜਿਸ ਘਰ ਦੇ ਵਿੱਚ ਕਰਤੇ ਪੁਰਖ ਵਾਹਿਗੁਰੂ ਜੀ ਦੀ ਕੀਰਤੀ ਗਾਈ ਜਾਂਦੀ, ਕੀਰਤਨ ਹੁੰਦਾ ਹੈ, ਜੈ ਘਰ ਕੀਰਤ ਆਖੀਐ ਵਾਹਿਗੁਰੂ ਜੀ ਦੀ ਕੀਰਤ ਕਹੀ ਜਾਂਦੀ ਹੈ, ਕਰਤੇ ਕਾ ਹੋਏ ਵਿਚਾਰੋ, ਫਿਰ ਵਾਹਿਗੁਰੂ ਜੀ ਦੀ ਵਿਚਾਰ ਹੁੰਦੀ, ਕਥਾ ਹੁੰਦੀ ਹੈ। ਸੋ ਸਾਧ ਸੰਗਤ ਉਹ ਮਹਾਰਾਜ ਜੀ ਕਹਿੰਦੇ ਸਾਧ ਸੰਗਤ ਰੂਪੀ ਘਰ ਹੈ, ਵੀ ਗੁਰੂ ਘਰ ਦੇ ਅੰਦਰ ਨਿਤਾ ਪ੍ਰਤ ਇਹ ਗੁਰਬਾਣੀ ਦਾ ਕੀਰਤਨ ਵੀ ਹੋ ਰਿਹਾ ਹੈ ਔਰ ਕਥਾ ਵੀ ਹੋ ਰਹੀ, ਕਰਤੇ ਕਾ ਹੋਏ ਵਿਚਾਰੋ। ਤੋ ਸੱਚੇ ਪਾਤਸ਼ਾਹ ਜੀ ਫਿਰ ਅੱਗੇ ਜਾ ਕੇ ਕਹਿੰਦੇ ਸੋ ਘਰ ਰਾਖ ਵਡਾਈ ਤੋਏ। ਮਹਾਰਾਜ ਉਹ ਘਰ ਦੇ ਵਿੱਚ ਮੈਂ ਜੁੜਿਆ ਰਵਾਂ, ਮੇਰਾ ਚਿੱਤ ਲੱਗਾ ਰਵੇ ਜਿਸ ਘਰ ਦੇ ਵਿੱਚ ਤੁਹਾਡਾ ਕਥਾ ਕੀਰਤਨ ਹੋ ਰਿਹਾ ਹੈ। ਸੱਚੇ ਪਾਤਸ਼ਾਹ ਮੈਂ ਬੜੇ ਪਿਆਰ ਦੇ ਨਾਲ ਆਪ ਜੀ ਦੇ ਗੁਰਸਿੱਖ ਪਿਆਰਿਆਂ ਦੇ ਨਾਲ ਰਲ ਮਿਲ ਕਰਕੇ ਤੁਹਾਡੇ ਜਸ ਨੂੰ ਸਰਵਣ ਕਰਦਾ ਰਵਾਂ, ਇਹ ਮੇਰੇ ਤੇ ਤੁਸੀਂ ਕਿਰਪਾ ਕਰੋ। ਸੋ ਸਾਧ ਸੰਗਤ ਆਪ ਜੀ ਨੇ ਅਸੀਸਾਂ ਬਖਸ਼ਣੀਆਂ, ਸਤਿਗੁਰਾਂ ਦੇ ਭਜਨ ਹਨ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਇਹ ਸੰਗਤਾਂ ਦੀ ਗੁਰਸਿੱਖਾਂ ਦੀ ਕਿਰਪਾ ਦੇ ਨਾਲ ਹੀ ਆਪਾਂ ਗੁਰੂ ਕਾ ਜਸ ਪੜ੍ਹ ਸੁਣ ਸਕਦੇ ਹਾਂ, ਸਰਵਣ ਕਰ ਸਕਦੇ ਹਾਂ। ਸੋ ਆਓ ਅਸੀਸ ਬਖਸ਼ਿਸ਼ ਕਰਦੇ ਹੋਏ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼ਾਹੋ ਸਹਿਤ ਇਮ ਪੈਂਦ ਕੋ ਭਾਖਿਓ ਸਕਲ ਪ੍ਰਸੰਗ। ਸੋ ਕਵੀ ਰਾਜ ਭਾਈ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਹਨ ਵੀ ਸ਼ਾਹੋ ਦੇ ਸਮੇਤ ਭਾਵ ਬਾਦਸ਼ਾਹ ਸ਼ਾਹਜਹਾਨ ਦੇ ਸਮੇਤ ਪੈਂਦੇ ਖਾਂ ਦਾ ਪ੍ਰਸੰਗ ਅਸੀਂ ਵਿਸਥਾਰ ਦੇ ਨਾਲ ਪਿਛਲੇ ਪ੍ਰਸੰਗ ਦੇ ਅੰਦਰ ਲਿਖਿਆ ਵੀ ਕਿਵੇਂ ਪੈਂਦੇ ਖਾਂ ਨੇ ਇਹ ਫਰਿਆਦ ਕਰਕੇ ਕਾਲੇ ਖਾਂ ਨੂੰ ਚੜਾ ਕੇ ਲੈ ਕੇ ਆਂਦਾ 50,000 ਫੌਜ ਲੈ ਕੇ। ਇਹ ਜਿਹੜਾ ਪ੍ਰਸੰਗ ਹੈ ਇਹ ਸਾਰਾ ਵਿਸਥਾਰ ਦੇ ਨਾਲ ਅਸੀਂ ਆਖਿਆ। ਫਿਰ ਜਲੰਧਰ ਦਾ ਸੂਬਾ ਕੁਤਬ ਖਾਨ ਨੂੰ ਉਹਨੂੰ ਵੀ ਬਾਦਸ਼ਾਹ ਨੇ ਹੁਕਮ ਕੀਤਾ ਵੀ ਤੂੰ ਇਹਨਾਂ ਦੀ ਮਦਦ ਕਰਨੀ, ਤੂੰ ਇਲਾਕੇ ਦਾ ਭੇਤੀ ਹੈ, ਕਿਉਂਕਿ ਜਲੰਧਰ ਦੇ ਨੇੜੇ ਕਰਤਾਰਪੁਰ ਹੈ। ਸੋ ਇਸ ਤਰ੍ਹਾਂ ਸਾਧ ਸੰਗਤ ਇਹ ਸਾਰਾ ਪ੍ਰਸੰਗ ਕਹਿੰਦੇ ਵਿਸਥਾਰ ਦੇ ਨਾਲ ਅਸੀਂ ਜਿਹੜਾ ਲਿਖਿਆ ਹੈ। ਸ੍ਰੀ ਹਰਿ ਗੋਬਿੰਦ ਚੰਦ ਕੋ ਸੁਨਹੁ ਪ੍ਰੇਮ ਕੇ ਸੰਗ। ਸੁਣ ਇੱਧਰ ਮੇਰੀ ਪੀਰੀ ਦੇ ਮਾਲਕ ਸ਼੍ਰੋਮਣੀ ਸਤਿਗੁਰੂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਜਿਹੜੀ ਕਥਾ ਹੈ ਉਹ ਬੜੇ ਪ੍ਰੇਮ ਦੇ ਨਾਲ ਤੁਸੀਂ ਸਰਵਣ ਕਰੋ। ਜਿਵੇਂ ਸਤਿਗੁਰੂ ਜੀ ਕਰਤਾਰਪੁਰ ਸਾਹਿਬ ਜੀ ਦੀ ਧਰਤੀ ਤੇ ਬਿਰਾਜਮਾਨ ਹੋ ਕੇ ਦਰਸ਼ਨ ਦੇ ਰਹੇ ਹਨ, ਕਿਵੇਂ ਸਤਿਗੁਰੂ ਜੀ ਅੱਗੇ ਕੌਤਕ ਵਰਤਾ ਰਹੇ ਹਨ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੀਵਨ, ਉਹਨਾਂ ਦੀ ਕਥਾ ਨੂੰ ਸਰਵਣ ਕਰੋ ਜੀ। ਸਵਈਆ ਛੰਦ
ਲਾਏ ਵਿਸਾਲ ਸੁਧਰਮਾ ਕੇ ਸਮ। ਸੋ ਕਹਿਣ ਲੱਗੇ ਵੀ ਜਿਵੇਂ ਦੇਵਤਿਆਂ ਦੀ ਸਭਾ ਬੜੀ ਸੋਭਦੀ ਹੈ ਨਾ, ਵੀ ਦੇਵਤੇ ਸਭਾ ਲਾ ਕੇ ਬੈਠਦੇ ਹਨ, ਇਸ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਸਿੱਖ ਪਿਆਰਿਆਂ ਦੇ ਵਿੱਚ ਆਪਣੇ ਸਿੰਘਾਸਣ ਤੇ ਬਿਰਾਜਮਾਨ ਹੁੰਦੇ ਹਨ। ਸੱਚੇ ਪਾਤਸ਼ਾਹ ਜੀ ਦਾ ਦੀਵਾਨ ਸਜਦਾ ਹੈ, ਬੜੀ ਸੋਭਾ ਹੁੰਦੀ ਹੈ। ਚਾਰੇ ਪਾਸੇ ਤਿਆਰ ਬਰ ਤਿਆਰ ਸਿੱਖ ਬੈਠਦੇ ਹਨ। ਸੰਗਤਾਂ ਬੈਠ ਕੇ ਪਿਆਰ ਦੇ ਨਾਲ ਮਹਾਰਾਜ ਜੀ ਦਾ ਜਸ ਸੁਣਦੀਆਂ ਹਨ। ਇਹ ਬੜੀ ਸਤਿਗੁਰੂ ਜੀ ਦੀ ਸਭਾ ਦੀ ਸੋਭਾ ਹੋ ਰਹੀ ਹੈ। ਦੀਪਤ ਸਭਾ ਗੁਰ ਇੰਦਰ ਮਨਿੰਦ। ਸੋ ਇੰਦਰ ਦੇ ਮਨਿੰਦ, ਇੰਦਰ ਦੇ ਸਮਾਨ ਮਹਾਰਾਜ ਜੀ, ਕਿਉਂਕਿ ਸਾਧ ਸੰਗਤ ਇਹ ਕਰੋੜਾਂ ਇੰਦਰ ਵਰਗੇ ਦੇਵਤੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹਨ। ਇੱਕ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਦੀਵਾਨ ਦੀ ਸੋਭਾ ਕਰਨ ਵਾਸਤੇ ਇਹ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਉਦਾਹਰਣ ਦੇ ਰਹੇ ਹਨ ਵੀ ਮਹਾਰਾਜ ਜੀ ਇੰਦਰ ਦੇ ਸਮਾਨ ਸੋਭ ਰਹੇ ਹਨ। ਇਹ ਤਖਤ ਤੇ ਬੈਠ ਕੇ ਗੁਰਸਿੱਖ ਪਿਆਰਿਆਂ ਨੂੰ ਦਰਸ਼ਨ ਦੇ ਰਹੇ ਹਨ। ਇਹ ਲੰਬੀਆਂ ਲੈਣਾ ਲੱਗੀਆਂ ਸੰਗਤਾਂ ਦੀਆਂ, ਕਿਸੇ ਨੇ ਨਮਸਕਾਰ ਕਰ ਲਈ ਹੈ, ਆਪਣੀ ਭੇਟਾ ਅੱਗੇ ਰੱਖ ਕੇ ਕਿਸੇ ਨੇ ਦਰਸ਼ਨ ਕਰ ਲਏ, ਕੋਈ ਕਰ ਰਿਹਾ, ਕੋਈ ਆਪਣੀ ਜਗ੍ਹਾ ਤੇ ਬੈਠ ਗਿਆ। ਇਹਦਾ ਬੜੇ ਪਿਆਰ ਦੇ ਨਾਲ ਮਹਾਰਾਜ ਜੀ ਦੀਵਾਨ ਦੇ ਅੰਦਰ ਗੁਰਸਿੱਖ ਪਿਆਰਿਆਂ ਸੰਗਤਾਂ ਨੂੰ ਨਿਵਾਜ ਰਹੇ, ਦਰਸ਼ਨ ਦੇ ਰਹੇ ਹਨ। ਚੌਹਾਂ ਦੇਸ਼ ਤੇ ਸੰਗਤ ਨਿਤ ਆਵੈ ਹੈ। ਚਾਰਿਆਂ ਪਾਸਿਆਂ ਤੋਂ ਨਾ, ਚਾਰੇ ਦਿਸ਼ਾਵਾਂ ਤੋਂ ਸੰਗਤਾਂ ਨਿਤਾ ਪ੍ਰਤੀ ਚੱਲ ਕੇ ਆਉਂਦੀਆਂ। ਜਿਵੇਂ ਜਿਵੇਂ ਵੀ ਕਿਸੇ ਦਾ ਸਮਾਂ ਲੱਗਦਾ ਹੈ, ਚਾਰਿਆਂ ਪਾਸਿਆਂ ਦਿਸ਼ਾਵਾਂ ਤੋਂ ਸੰਗਤਾਂ ਚੱਲ ਕੇ ਆਉਂਦੀਆਂ ਹਨ। ਦਰਸੇ ਪੂਜੇ ਪਾਦ ਅਰਬਿੰਦ। ਬੜੇ ਪਿਆਰ ਦੇ ਨਾਲ ਆਣ ਕਰਕੇ ਗੁਰਸਿੱਖ ਮਹਾਰਾਜ ਜੀ ਦਾ ਦਰਸ਼ਨ ਕਰਦੇ ਹਨ ਅਤੇ ਸਤਿਗੁਰੂ ਜੀ ਦੇ ਕਮਲ ਸਰੀਖੇ ਚਰਨਾਂ ਨੂੰ ਪੂਜਦੇ ਹਨ। ਚਰਨਾਂ ਦੇ ਉੱਪਰ ਨਮਸਕਾਰ ਕਰਕੇ ਆਪਣੇ ਆਪ ਨੂੰ ਸਫਲ ਮੰਨਦੇ ਹਨ ਵੀ ਸਾਡੇ ਮਸਤਕ ਦੇ ਲੇਖ ਹੁਣ ਪੁੱਠੇ ਤੋਂ ਸਿੱਧੇ ਹੋਣਗੇ। ਅਸੀਂ ਆਪਣਾ ਮਸਤਕ ਗੁਰੂ ਕੇ ਚਰਨਾਂ ਦੇ ਵਿੱਚ ਸਪਰਸ਼ ਕੀਤਾ, ਸੁਹਾਇਆ ਹੈ। ਇਹ ਸਾਧ ਸੰਗਤ, ਇਹ ਭਾਵਨਾ ਹੈ ਗੁਰਸਿੱਖਾਂ ਦੀ ਵੀ ਸੱਚੇ ਪਾਤਸ਼ਾਹ ਕਿਰਪਾ ਕਰਨਗੇ, ਸਾਡੇ ਅਨੇਕਾਂ ਵਿਘਨਾਂ ਨੂੰ ਮਹਾਰਾਜ ਜੀ ਟਾਲਣਗੇ। ਅਸੀਂ ਆਪਣਾ ਮਸਤਕ ਗੁਰੂ ਕੇ ਚਰਨਾਂ ਵਿੱਚ ਟੇਕ ਰਹੇ ਹਾਂ। ਸੂਰ ਸਮ ਸਿੱਖ ਕੀ ਭੀਰ ਨਿਕਟ ਬਹੁ। ਇਸ ਤਰ੍ਹਾਂ ਦੇਵਤਿਆਂ ਦੇ ਸਮਾਨ ਜਿਹੜੇ ਗੁਰਸਿੱਖ ਬੈਠੇ ਹਨ, ਬਹੁਤ ਵੱਡੀ ਭੀੜ ਗੁਰਸਿੱਖਾਂ ਦੀ ਲੱਗੀ ਹੈ। ਅਰਪ ਅਨੇਕ ਅਕੋਰਨ ਬ੍ਰਿੰਦ। ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੜੀਆਂ ਕੀਮਤੀ ਸੁਗਾਤਾਂ ਭੇਟਾਵਾਂ ਜਿਹੜੀਆਂ ਹਨ, ਜਿਸ ਵੀ ਇਲਾਕੇ ਦੀ ਸਾਧ ਸੰਗਤ ਕੋਈ ਵਸਤੂ ਬੜੀ ਕੀਮਤੀ ਹੈ, ਉਹ ਵਿਸ਼ੇਸ਼ ਤੌਰ 'ਤੇ ਸੰਗਤਾਂ ਉਹ ਖਰੀਦ ਕੇ ਲੈ ਕੇ ਆਉਂਦੀਆਂ ਹਨ ਵੀ ਮਹਾਰਾਜ ਜੀਆਂ ਨੂੰ ਇਹ ਅਸੀਂ ਭੇਟਾ ਕਰਨਾ ਹੈ ਅਤੇ ਸਤਿਗੁਰੂ ਦੀ ਖੁਸ਼ੀ ਪ੍ਰਾਪਤ ਕਰਨੀ ਹੈ। ਇਹ ਵਸਤੂਆਂ ਸੁਗਾਤਾਂ ਜਿਹੜੀਆਂ ਹਨ, ਉਹ ਕੀਮਤੀ ਲੱਭ ਕੇ ਸੰਗਤਾਂ ਲੈ ਕੇ ਆਉਂਦੀਆਂ ਹਨ। ਮਨੋ ਕਾਮਨਾ ਪ੍ਰਾਪਤ ਹੋਵੈ ਕੈ। ਇਸ ਤਰ੍ਹਾਂ ਆਪਣੀਆਂ ਮਨ ਭਾਉਂਦੀਆਂ ਕਾਮਨਾਵਾਂ ਸੰਗਤਾਂ ਪੂਰਨ ਕਰਦੀਆਂ ਹਨ। ਜਸ ਉਚਰੈ ਸ੍ਰੀ ਹਰਗੋਬਿੰਦ। ਅਤੇ ਇਸ ਤਰ੍ਹਾਂ ਗੁਰਸਿੱਖ ਪਿਆਰੇ ਸੰਗਤਾਂ ਦਰਸ਼ਨ ਕਰਦੇ ਹੋਏ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਸ ਉਚਾਰਨ ਕਰਦੇ ਹਨ। ਬੜੇ ਪਿਆਰ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਜਸ ਗਾਉਂਦੇ ਹਨ। ਸ਼ੋਭਤ ਸਿੰਘਾਸਨ ਮਨੋ ਵਿਸ਼ਨ ਪ੍ਰਭ। ਸੋ ਕਹਿਣ ਲੱਗੇ ਵੀ ਜਿਵੇਂ ਵਿਸ਼ਨੂੰ ਜੀ ਆਪਣੇ ਸਿੰਘਾਸਣ ਤੇ ਸ਼ੋਭਨੀਕ ਹੋ ਰਹੇ ਹੋਣ, ਇਸ ਤਰ੍ਹਾਂ ਸਾਧ ਸੰਗਤ ਮਹਾਰਾਜ ਜੀ ਦੇ ਦੀਵਾਨ ਦੀ ਸ਼ੋਭਾ ਕਰਦਿਆਂ ਇਹ ਉਦਾਹਰਣ ਦਿੰਦੇ ਹਨ। ਕਿਉਂਕਿ ਪਹਿਲਾਂ ਵੀ ਜਿਵੇਂ ਬੇਨਤੀ ਕੀਤੀ ਹੈ ਵੀ ਜਿੰਨੇ ਵੀ ਦੇਵੀ ਦੇਵਤੇ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਧੂੜੀ ਨੂੰ ਲੋਚਦੇ ਹਨ। ਸੋ ਕਹਿਣ ਲੱਗੇ ਵੀ ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਵਿਸ਼ਨੂੰ ਭਗਵਾਨ ਜੀ ਦੇ ਸਮੇਤ ਸਮਾਨ ਆਪਣੇ ਸਿੰਘਾਸਣ ਤੇ ਸੁਭਾਈਮਾਨ ਹੋ ਰਹੇ ਹਨ। ਚਾਹੇ ਸੋ ਕਰੈ ਬਿਲੰਬ ਨਾ ਕੋਏ। ਕਹਿਣ ਲੱਗੇ ਵੀ ਨਿਮਰਤਾ ਮਹਾਰਾਜ ਜੀ ਦੇ ਅੰਦਰ ਕਿਤਨੀ ਹੈ, ਕਿੰਨੀ ਸੱਚੇ ਪਾਤਸ਼ਾਹ ਮਹਾਰਾਜ ਜੀ ਨਿਰਮਾਣਤਾ ਰੱਖਦੇ ਹਨ। ਜੋ ਵੀ ਚਾਹੁਣ ਮਹਾਰਾਜ ਜੀ ਕਰ ਸਕਦੇ ਹਨ। ਕੋਈ ਵੀ ਦੇਰੀ ਨਹੀਂ ਮਹਾਰਾਜ ਜੀ ਲਾਉਂਦੇ ਵੀ ਜਿਵੇਂ ਸਤਿਗੁਰੂ ਜੀ ਦਾ ਰੁਖ ਸੁਭਾਅ ਹੋਵੇ, ਜਿਵੇਂ ਉਹਨਾਂ ਦਾ ਹੁਕਮ ਹੋਵੇ, ਉਸੇ ਤਰ੍ਹਾਂ ਮਹਾਰਾਜ ਜੀ ਕਰ ਸਕਦੇ ਹਨ। ਪਰ ਕੋਈ ਸੱਚੇ ਪਾਤਸ਼ਾਹ ਮਹਾਰਾਜ ਜੀ ਇਸ ਤਰ੍ਹਾਂ ਦਾ ਕਾਰਜ ਨਹੀਂ ਕਰਦੇ ਹਨ ਵੀ ਆਮ ਮਨੁੱਖ ਦੀ ਤਰ੍ਹਾਂ ਹੀ ਸਤਿਗੁਰੂ ਸਾਹਿਬ ਦੀ
ਜਗਤ ਸੰਸਾਰ ਦੇ ਵਿੱਚ ਵਿਚਰ ਰਹੇ ਹਨ। ਸੋ ਸਾਧ ਸੰਗਤ ਦੇਰੀ ਮਹਾਰਾਜ ਜੀ ਕਹਿੰਦੇ ਕੋਈ ਨਹੀਂ ਲਾਉਣਗੇ, ਭਾਵੇਂ ਤੇ ਜਗਤ ਨੂੰ ਸਿਰਜ ਦੇਣ, ਭਾਵੇਂ ਜਗਤ ਨੂੰ ਮਿਟਾ ਦੇਣ। ਕਰਹਿ ਭੋਗ ਮੈਂ ਜੋਗ ਆਨੰਦਤ। ਸੋ ਕਹਿਣ ਲੱਗੇ ਇੰਨੀ ਵੱਡੀ ਸਮਰੱਥਾ ਦੇ ਮਾਲਕ ਹੁੰਦਿਆਂ ਸੱਚੇ ਪਾਤਸ਼ਾਹ ਤੈਂ ਵੀ ਮਾਨਵੀ ਲੀਲਾ, ਮਨੁੱਖੀ ਲੀਲਾ ਧਾਰ ਕੇ ਰਹਿੰਦੇ ਆਮ ਮਨੁੱਖਾਂ ਦੀ ਤਰ੍ਹਾਂ। ਸੋ ਸਾਧ ਸੰਗਤ ਜਿਵੇਂ ਭੱਟ ਸਾਹਿਬਾਨਾਂ ਨੇ ਆਖਿਆ ਨਾ ਵੀ ਸਤਿਗੁਰੂ ਸਾਹਿਬ ਜੀ ਦਾ ਸਰੀਰ ਇਹ ਪ੍ਰਤੱਖੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਹੈ। ਸੋ ਅਕਾਲ ਪੁਰਖ ਵਾਹਿਗੁਰੂ ਜੀ ਨੇ ਪ੍ਰਤੱਖ ਹੀ ਆਪਣਾ ਸਰੂਪ ਧਾਰਨ ਕੀਤਾ ਹੈ। ਇਸ ਕਰਕੇ ਮਾਨਵੀ ਲੀਲਾ ਮਨੁੱਖਾਂ ਵਾਲੇ ਕੌਤਕ ਮਹਾਰਾਜ ਜੀ ਜਿਹੜਾ ਉਹ ਕਰ ਰਹੇ ਹਨ। ਕਰੈ ਭੋਗ ਮੈਂ ਜੋਗ ਆਨੰਦਤ। ਸੋ ਸਾਧ ਸੰਗਤ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿੱਥੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੁੜੇ ਹਨ, ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਹਨ, ਉਥੇ ਜੋਗ ਦੇ ਵਿੱਚ ਮਹਾਰਾਜ ਜੀ ਭੋਗਾਂ ਦੇ ਵਿੱਚ ਵੀ ਭਾਵ ਭੋਗਾਂ ਨੂੰ ਭੋਗਦਿਆਂ ਸੱਚੇ ਪਾਤਸ਼ਾਹ ਰਾਜ ਜੋਗ ਨੂੰ ਮਾਣ ਰਹੇ ਹਨ। ਐਸਾ ਸੱਚੇ ਪਾਤਸ਼ਾਹ ਜੀ ਕੌਤਕ ਵਰਤਾ ਰਹੇ ਹਨ। ਰੋਗ ਸੋਗ ਸਿੱਖਣ ਕੇ ਖੋਏ। ਤੇ ਜਿਹੜਾ ਵੀ ਮਹਾਰਾਜ ਜੀ ਨੂੰ ਯਾਦ ਕਰਨ ਵਾਲਾ ਪਿਆਰਾ ਗੁਰਸਿੱਖ ਹੈ ਉਹਦੇ ਸਾਰੇ ਰੋਗ ਸੋਗ ਮਹਾਰਾਜ ਜੀ ਨਿਵਰਤ ਕਰ ਦਿੰਦੇ ਹਨ। ਜਿਹੜਾ ਸਾਧ ਸੰਗਤ ਛੇਵੇਂ ਪਾਤਸ਼ਾਹ ਜੀ ਨੂੰ ਯਾਦ ਕਰਦਾ ਹੈ, ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਰਦਾ, ਉਹਦੇ ਰੋਗ ਸੋਗ ਸਾਰੇ ਨਿਵਰਤ ਹੋ ਜਾਂਦੇ ਹਨ। ਜਿਵੇਂ ਕਲਗੀਧਰ ਮਹਾਰਾਜ ਜੀ ਨੇ ਆਖਿਆ ਨਾ ਵੀ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ। ਰੋਗ ਸਾਧ ਸੰਗਤ ਉਹ ਜਿਹੜੇ ਹਨ ਜਿਹੜੇ ਸਰੀਰ ਨੂੰ ਲੱਗਦੇ ਹਨ। ਸੋਗ ਉਹ ਹੈ ਜਿਵੇਂ ਚਿੰਤਾ ਆਦਿਕ, ਮਨ ਨੇ ਪਰੇਸ਼ਾਨ ਰਹਿਣਾ, ਬੇਚੈਨ ਰਹਿਣਾ, ਚਿੰਤਾ ਨੇ ਸਤਾਈ ਜਾਣਾ, ਕੀ ਬਣੇਗਾ, ਕਿਵੇਂ ਕੀ ਖਾਵਾਂਗੇ। ਇਹ ਰੋਗ ਸੋਗ ਜਲ ਜੋਗਨ ਅਤੇ ਹੋਰ ਜਿਹੜੇ ਕੋਈ ਬਾਹਰੋਂ ਵਿਘਨ ਪੈਣੇ ਆਣ ਕੇ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ। ਬੜੇ ਤਰੀਕਿਆਂ ਦੇ ਨਾਲ ਮਹਾਰਾਜ ਗੁਰਸਿੱਖ ਪਿਆਰਿਆਂ ਦੀ ਰੱਖਿਆ ਕਰਦੇ ਹਨ। ਇਹ ਬਚਾਉਂਦੇ ਹਨ, ਕੋਈ ਵਿਘਨ ਨਹੀਂ ਪੈਣ ਦਿੰਦੇ। ਬਹੁ ਭਾਂਤ ਬਚਾਵੈ, ਬੜੇ ਤਰੀਕਿਆਂ ਨਾਲ ਮਹਾਰਾਜ ਜੀ ਬਚਾਉਂਦੇ ਹਨ। ਫਿਰ ਇੱਥੋਂ ਤੱਕ 70 ਅਨੇਕ ਚਲਾਵਤ ਘਾਵਤ ਉਹ ਤਾਂ ਅਨੇਕ ਨਾ ਲਾਗਣ ਪਾਵੈ। ਕਹਿੰਦੇ ਭਾਵੇਂ ਅਨੇਕਾਂ ਵੈਰੀ ਮਿਲ ਕੇ ਵਾਰ ਮਾਰਨ ਦਾ ਯਤਨ ਕਰ ਰਹੇ ਹਨ ਵੀ ਇਹਦਾ ਛੱਡਣਾ ਹੀ ਕੱਖ ਨਹੀਂ, ਇਹਨੂੰ ਰਹਿਣ ਨਹੀਂ ਦੇਣਾ, ਪਰ ਮਹਾਰਾਜ ਜੀ ਕਹਿੰਦੇ ਜਿਹਦੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਹੱਥ ਹੈ, ਕੋਈ ਉਹਦਾ ਵਾਲ ਵਿੰਗਾ ਨਹੀਂ ਕਰ ਸਕਦਾ, ਇੱਕ ਵੀ ਵਾਰ ਉਹਦੇ ਸਰੀਰ ਨੂੰ ਕੋਈ ਸਪਰਸ਼ ਨਹੀਂ ਕਰ ਸਕਦਾ। 70 ਅਨੇਕ ਚਲਾਵਤ ਘਾਵਤ ਉਹ ਤਾਂ ਅਨੇਕ ਨ ਲਾਗਨ ਪਾਵੈ। ਰਾਖਤ ਹੈ ਆਪਨੋ ਕਰ ਦਇਆ ਕਰ, ਪਾਪ ਸਮੂਹ ਨ ਭੇਟਨ ਪਾਵੈ। ਔਰ ਕੀ ਬਾਤ ਕਹਾ ਕਹਿ ਤੋ ਸੋ ਸੋ ਪੇਟ ਹੀ ਕੇ ਪਟ ਬੀਚ ਬਚਾਵੈ। ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ, ਪਾਪਾਂ ਤੋਂ ਗੁਰਸਿੱਖਾਂ ਦੀ ਰੱਖਿਆ ਕਰਦੇ ਹਨ। ਜਿਵੇਂ ਸਾਧ ਸੰਗਤ ਮਹਾਂਪੁਰਖਾਂ ਨੇ ਇਹ ਭਜਨ ਲਿਖੇ ਸਨ ਵੀ ਵੇਖੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਹਰ ਇੱਕ ਤਰ੍ਹਾਂ ਕਰਕੇ ਗੁਰਸਿੱਖ ਦੀ ਰੱਖਿਆ ਕਰਦੇ ਹਨ ਵੀ ਪਾਪਾਂ ਦੀ ਅੱਗ ਦਾ ਸੇਕ ਨਹੀਂ ਮਹਾਰਾਜ ਜੀ ਲੱਗਣ ਦਿੰਦੇ। ਇਸ ਕਰਕੇ ਐਸੇ ਸਮਰੱਥ ਸਤਿਗੁਰਾਂ ਨੂੰ ਸਦਾ ਆਰਾਧਣਾ ਚਾਹੀਦਾ ਹੈ, ਸਦਾ ਯਾਦ ਕਰਨਾ ਚਾਹੀਦਾ ਹੈ। ਸੋ ਸਤਿਪੁਰਸ਼ਾਂ ਨੇ ਭਜਨ ਲਿਖੇ ਹਨ ਵੀ ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜਿਹਾ ਹੋਵੇ ਜੈਸੇ ਦਸ਼ਮੇਸ਼ ਮਾਤਾ ਗੁਜਰੀ ਦੇ ਲਾਲ ਜੀ। ਕਹਿੰਦੇ ਜੇ ਗੁਰੂ ਧਾਰਨ ਕਰਨਾ ਤੇ ਗੁਰੂ ਐਸਾ ਹੋਣਾ ਚਾਹੀਦਾ ਹੈ ਵੀ ਜਿਵੇਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਆਪਾਂ ਸਿੱਖ ਹਾਂ, ਸਿੱਖਾਂ ਦੇ ਘਰਾਂ ਵਿੱਚ ਸਾਡਾ ਜਨਮ ਹੈ। ਸੋ ਖੰਡੇ ਬਾਟੇ ਦੀ ਪੌੜ ਲੈ ਕੇ ਸਾਬਤ ਸੂਰਤ ਹੋ ਕੇ ਜੀਵਨ ਬਤੀਤ ਕਰਨਾ। ਇਹ ਨਹੀਂ ਸਾਧ ਸੰਗਤ ਵੀ ਜਿਸ ਬੰਨੇ ਬੜੀ ਭੀੜ ਇਕੱਠੀ ਹੋ ਰਹੀ ਹੈ, ਬੜੇ ਬੜੇ ਪਖੰਡ ਹੋ ਰਹੇ, ਉਧਰ ਨੂੰ ਭੱਜੇ ਜਾਈਏ। ਕਹਿਣ ਲੱਗੇ ਨਹੀਂ, ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜਿਹਾ ਹੋਵੇ ਜੈਸੇ ਦਸ਼ਮੇਸ਼ ਮਾਤਾ ਗੁਜਰੀ ਦੇ ਲਾਲ ਜੀ। ਵਾਰ ਪਰਿਵਾਰ ਚਾਰੇ ਬੱਚਿਆਂ ਤਾਈਂ ਕੁਹਾਏ ਦੇਵੇ, ਦੇਸ਼ ਕੌਮ ਵਾਸਤੇ ਕੁਰਬਾਨ ਬਾਲ ਬਾਲ ਜੀ। ਅੰਮ੍ਰਿਤ ਦਾ ਸੋਮਾ ਹੋਵੇ ਤਪਦਿਆਂ ਨੂੰ ਠਾਰ ਦੇਵੇ, ਸੰਤਾਂ ਦਾ ਸਹਾਈ ਤੇ ਪਿਆਰਿਆਂ ਦਾ ਢਾਲ ਜੀ। ਸਾਰੀ ਰਾਤ ਪਹਿਰਾ ਦੇਵੇ ਆਪ ਚੌਂਕੀਦਾਰ ਹੋ ਕੇ, ਪਾਪ ਅੱਗ ਚੋਂ ਸਿੱਖ ਨੂੰ ਲਵੇ ਨਿਕਾਲ ਜੀ।
ਜਿਹੜੇ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਦੀ ਸਿੱਖ ਦੀ ਰੱਖਿਆ ਕਰਨ ਵਾਸਤੇ ਆਪ ਪਹਿਰੇ ਤੇ ਆਣ ਕੇ ਖੜ ਜਾਂਦੇ ਹਨ ਵੀ ਸਿੱਖ ਨੂੰ ਕਿਤੇ ਪਾਪ ਦੀ ਅੱਗ ਦਾ ਸੇਕ ਨਾ ਲੱਗੇ। ਜੇ ਸਿੱਖ ਡੋਲਦਾ ਹੈ, ਆਪ ਕਲਗੀਧਰ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਰੀ ਰਾਤ ਪਹਿਰਾ ਦਿੰਦੇ ਚੌਂਕੀਦਾਰ ਹੋ ਕੇ। ਕਹਿੰਦੇ ਫਿਰ ਸਿੱਖ ਨੇ ਦੇਰੀ ਕਿਉਂ ਕਰਨੀ ਹੈ? ਉਹ ਐਸੇ ਸਤਿਗੁਰੂ ਜੀ ਦੇ ਸਦਾ ਹੀ ਚਰਨ ਮਨਾਵੇ, ਸਦਾ ਹੀ ਸਤਿਗੁਰੂ ਜੀ ਨੂੰ ਆਰਾਧਦਾ ਰਵੇ, ਜਿਹੜੇ ਗੁਰੂ ਸਾਹਿਬ ਜੀ ਸਦਾ ਹੀ ਸਿੱਖ ਦੇ ਨਾਲ ਹਨ। ਕਲਗੀਧਰ ਸਾਹਿਬ ਜੀ ਨੂੰ ਬੇਨਤੀ ਕੀਤੀ ਸੀ ਨਾ ਕਿ ਮਹਾਰਾਜ ਦੇ ਤੁਹਾਡੇ ਦਰਸ਼ਨ ਕਰਨੇ ਹੋਣ ਤੇ ਕਿਵੇਂ ਦਰਸ਼ਨ ਹੋਣਗੇ? ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਹੜੇ ਤਿਆਰ ਬਰ ਤਿਆਰ 5 ਸਿੱਖ, ਉਹਨਾਂ ਵਿੱਚੋਂ ਸਾਡੇ ਤੁਹਾਨੂੰ ਦਰਸ਼ਨ ਹੋਣਗੇ। ਕਹਿਣ ਲੱਗੇ ਮਹਾਰਾਜ ਜੇ 5 ਸਿੱਖ ਨਾ ਮਿਲਣ, ਕਹਿੰਦੇ ਜੀ ਫਿਰ 4 ਲੱਭ ਲਿਓ। ਕਹਿੰਦੇ ਜੇ ਸਮਾਂ ਇਦਾਂ ਦਾ ਬਣੇ 4 ਵੀ ਨਾ ਮਿਲਣ, 3 ਵੀ ਨਾ ਮਿਲਣ, ਤੇ ਫਿਰ ਕਲਗੀਧਰ ਮਹਾਰਾਜ ਜੀ ਨੇ ਆਖਿਆ ਸੀ ਸਿੱਖਾ ਜਦੋਂ ਤੂੰ ਅੰਮ੍ਰਿਤ ਵੇਲੇ ਉੱਠ ਕਰਕੇ ਇਸ਼ਨਾਨ ਕਰਕੇ ਨਿਤਨੇਮ ਕਰਨ ਤੋਂ ਬਾਅਦ ਆਪਣਾ ਦਮਾਲਾ ਸਜਾ ਕੇ ਆਪਣੇ ਸਰੂਪ ਨੂੰ ਸ਼ੀਸ਼ੇ ਦੇ ਵਿੱਚ ਵੇਖੇਂਗਾ, ਤੇਰੇ ਵਿੱਚੋਂ ਮੈਂ ਤੈਨੂੰ ਦਰਸ਼ਨ ਦੇਵਾਂਗਾ। ਕਿਉਂਕਿ ਜੇ ਤੂੰ ਰਹਿਤ ਰੱਖੇਂਗਾ, ਸਾਡੇ ਭਜਨਾਂ ਨੂੰ ਕਮਾਵੇਂਗਾ, ਗੁਰੂ ਨਾਲ ਪਿਆਰ ਕਰੇਂਗਾ, ਫਿਰ ਕਲਗੀਧਰ ਜੀ ਕਹਿੰਦੇ ਮੈਂ ਕਿੱਥੇ ਜਾਣਾ, ਮੈਂ ਤੇ ਸਦਾ ਹੀ ਤੇਰੇ ਅੰਗ ਸੰਗ ਹੀ ਰਵਾਂਗਾ। ਇਸ ਕਰਕੇ ਮੈਂ ਸਦਾ ਹੀ ਤੇਰੇ ਵਿੱਚੋਂ ਤੈਨੂੰ ਦਰਸ਼ਨ ਦੇਵਾਂਗਾ, ਸਦਾ ਹੀ ਤੇਰੇ ਅੰਗ ਸੰਗ ਖੜਾ ਹੋਵਾਂਗਾ। ਇਹ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਗੁਰੂ ਹਰਗੋਬਿੰਦ ਸਾਹਿਬ ਜੀ ਜਿਹੜੇ ਗੁਰਸਿੱਖ ਪਿਆਰੇ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਝੁਕਦੇ ਹਨ, ਸੱਚੇ ਪਾਤਸ਼ਾਹ ਉਹਨਾਂ ਦੇ ਰੋਗ ਸੋਗ ਨਿਵਰਤ ਕਰਕੇ ਲੋਕ ਪਰਲੋਕ ਦੀਆਂ ਉਹਨਾਂ ਨੂੰ ਖੁਸ਼ੀਆਂ ਬਖਸ਼ਦੇ ਹਨ। ਜਿਸ ਪਰ ਕਰੇ ਕਿਰਪਾ ਪ੍ਰਭ ਆਪਣੀ, ਜਿਸ ਤੇ ਵੀ ਸੱਚੇ ਪਾਤਸ਼ਾਹ ਜੀ ਆਪਣੀ ਕਿਰਪਾ ਕਰਦੇ ਹਨ। ਦੇ ਸਿਮਰਨ ਸਤ ਨਾਮ ਕੇ ਗਿਆਨ, ਸੱਚੇ ਪਾਤਸ਼ਾਹ ਕਿਰਪਾ ਕਰ ਦਿੰਦੇ, ਸਾਧ ਸੰਗਤ ਉਹਦੀ ਸੁਰਤ ਵਾਹਿਗੁਰੂ ਜੀ ਦੇ ਨਾਮ ਵਿੱਚ ਜੁੜ ਜਾਂਦੀ ਹੈ। ਫਿਰ ਉਹ ਸਵਾਸ ਸਵਾਸ ਵਾਹਿਗੁਰੂ ਦਾ ਨਾਮ ਜਪਦਾ ਤੇ ਬ੍ਰਹਮ ਗਿਆਨ ਦੀ ਦਾਤ ਉਹਨੂੰ ਪ੍ਰਾਪਤ ਹੁੰਦੀ ਹੈ। ਠਾਂਡੀ ਰਹੇ 18 ਸਿੱਧਾਂ, ਇਹ ਜਿੰਨੀਆਂ 18 ਸਿੱਧਾਂ ਹਨ ਗੁਰੂ ਕੇ ਚਰਨਾਂ ਵਿੱਚ ਖੜੀਆਂ ਰਹਿੰਦੀਆਂ ਹੱਥ ਜੋੜ ਕੇ ਕਿ ਮਹਾਰਾਜ ਸਾਨੂੰ ਸੇਵਾ ਦੇ ਵਿੱਚ ਲਾਵੋ ਜੀ। ਆਇਸ ਮਨ ਜੋਰਤ ਪਾਨ, ਹੱਥ ਜੋੜ ਕੇ ਮਹਾਰਾਜ ਜੀ ਦੀ ਆਗਿਆ ਮੰਨਦੀਆਂ ਹਨ ਵੀ ਕਦੋਂ ਮਹਾਰਾਜ ਜੀ ਇਸ਼ਾਰਾ ਕਰਨ ਅਸੀਂ ਗੁਰੂ ਕੀ ਸੇਵਾ ਕਰੀਏ। ਸ਼ਕਤ ਵਿਸਾਲ ਪਾਏ ਸਭ ਬਿਦ ਕੀ, ਸੋ ਕਹਿਣ ਲੱਗੇ ਇਸ ਤਰ੍ਹਾਂ ਸਾਧ ਸੰਗਤ ਮਹਾਰਾਜ ਜੀ ਭਾਵੇਂ ਸਾਰੀਆਂ ਸ਼ਕਤੀਆਂ ਦੇ ਸਮੇਤ ਹਨ, ਸਰਬ ਕਲਾ ਸਤਿਗੁਰੂ ਜੀ ਸਮਰੱਥ ਹਨ। ਨਹਿ ਨ ਜਨਾਵੈ ਅਪਰ ਸਮਾਨ, ਪਰ ਸਤਿਗੁਰੂ ਜੀ ਸ਼ਕਤੀਆਂ ਜਣਾਉਂਦੇ ਨਹੀਂ ਹਨ, ਅਪਰ ਸਮਾਨ ਹੋਰਨਾਂ ਦੇ ਸਮਾਨ ਹੀ ਰਹਿੰਦੇ ਹਨ। ਐਸੇ ਸਿੱਖ ਹਜ਼ਾਰੋਂ ਗੁਰ ਕੇ, ਸੋ ਕਹਿਣ ਲੱਗੇ ਵੀ ਐਸੇ ਜਿਹੜੇ ਸਿੱਖ ਵੀ ਮਹਾਰਾਜ ਜੀਆਂ ਦੇ ਸਾਧ ਸੰਗਤ ਸ਼ਕਤੀਆਂ ਵਾਲੇ ਹਨ, ਕਿਉਂਕਿ ਗੁਰੂ ਘਰ ਦੀਆਂ ਸੇਵਾ ਕਰਨ ਵਾਲੇ ਬਾਣੀ ਪੜ੍ਹਨ ਵਾਲੇ ਜਿਹੜੇ ਸਿੱਖ ਹਨ ਉਹਨਾਂ ਵਿੱਚ ਵੀ ਬੜੀਆਂ ਸ਼ਕਤੀਆਂ ਹਨ। ਜਿੱਥੇ ਸਤਿਗੁਰੂ ਜੀ ਸਮਰੱਥ ਹਨ, ਜਿਹਨੇ ਸਤਿਗੁਰੂ ਜੀ ਨੇ ਜਿਹੜੇ ਸਿੱਖ ਨੇ ਸਤਿਗੁਰੂ ਜੀ ਨੂੰ ਸਰਬ ਕਲਾ ਸਮਰੱਥ ਜਾਣ ਲਿਆ ਵੀ ਗੁਰੂ ਸਾਹਿਬ ਜੀ ਬੜੇ ਮਹਾਨ ਹਨ, ਉਹ ਸਿੱਖ ਵੀ ਮਹਾਨ ਬਣ ਜਾਂਦਾ ਹੈ। ਜਿਹਨੇ ਸਤਿਗੁਰੂ ਜੀ ਨੂੰ ਜਿੰਨਾ ਵੱਡਾ ਕਰਕੇ ਜਾਣਿਆ, ਸਾਧ ਸੰਗਤ ਤੋਂ ਸਿੱਖ ਵੀ ਉਨਾ ਹੀ ਵੱਡਾ ਹੋ ਜਾਂਦਾ ਹੈ। ਇਹ ਭਾਈ ਕੀ ਡਰੋਲੀ ਨਗਰ ਦੀ ਕਥਾ ਆਉਂਦੀ ਹੈ ਨਾ ਵੀ ਭਾਈ ਸਾਈਂ ਦਾਸ ਦੀ ਬੀਬੀ ਰਾਮੋ ਦੀ, ਜੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਿਲ ਮਾਤਾ ਦਮੋਦਰੀ ਜੀ ਸਨ। ਮਾਤਾ ਦਮੋਦਰੀ ਜੀ ਦੇ ਵੱਡੇ ਭੈਣ ਬੀਬੀ ਰਾਮੋ ਜੀ ਸਨ। ਬੀਬੀ ਰਾਮੋ ਜੀ ਰਿਸ਼ਤੇ ਦੇ ਵਿੱਚੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਲੀ ਲੱਗਦੇ ਹਨ। ਇਹਨਾਂ ਦਾ ਪਤੀ ਸਾਈਂ ਦਾਸ ਮਹਾਰਾਜ ਜੀ ਦਾ ਸਾਂਢੂ ਲੱਗਦਾ ਹੈ, ਪਰ ਸਾਧ ਸੰਗਤ ਉਹਨਾਂ ਦੁਨਿਆਵੀ ਰਿਸ਼ਤਾ ਜਿਹੜਾ ਸੀ ਭੁਲਾ ਦਿੱਤਾ। ਦੁਨਿਆਵੀ ਰਿਸ਼ਤਾ ਵਿਸਾਰ ਕੇ ਮਹਾਰਾਜ ਜੀ ਨੂੰ ਪਰਮੇਸ਼ਰ ਜਾਣ ਕੇ ਸੇਵਾ ਕੀਤੀ ਤੇ ਸਤਿਗੁਰੂ ਜੀ ਇਹਨਾਂ ਦੇ ਘਰ ਵਿੱਚ ਲੰਮਾ ਸਮਾਂ ਰਹੇ ਤੇ ਫਿਰ ਜਿੰਨੀਆਂ ਵੀ ਸ਼ਕਤੀਆਂ ਸਨ ਉਹ ਸੇਵਾ ਕਰਦਿਆਂ ਬਾਣੀ ਪੜ੍ਹਦਿਆਂ ਇਹਨਾਂ ਨੂੰ ਪ੍ਰਾਪਤ ਹੋ ਗਈਆਂ। ਇੱਕ ਸਮੇਂ ਦੁਪਹਿਰ ਦੇ ਸਮੇਂ ਸਾਈਂ ਦਾਸ ਜੀ ਮਹਾਰਾਜ ਜੀ ਦੇ ਚਰਨ ਘੁੱਟ ਰਹੇ ਸਨ ਤੇ ਸਾਧ ਸੰਗਤ ਬੀਬੀ ਰਾਮੋ ਜੀ ਪੱਖਾ ਕਰ ਰਹੇ ਸਨ। ਗਰਮੀ ਦਾ ਮੌਸਮ ਸੀ, ਬੜੀ ਤੇਜ਼ ਗਰਮੀ ਪੈ ਰਹੀ ਸੀ
ਤੇ ਬੀਬੀ ਰਾਮੋ ਜੀ ਪੱਖਾ ਝੱਲਦਿਆਂ ਜਦੋਂ ਸਿਰ ਵਾਲੇ ਪਾਸੇ ਆਏ, ਕੀ ਦੇਖਿਆ ਕਿ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਕੇਸਾਂ ਦੇ ਵਿੱਚੋਂ ਜਲ ਨੁੱਚੜ ਰਿਹਾ ਹੈ। ਇਹਦਾ ਲੱਗ ਰਿਹਾ ਵੀ ਜਿਵੇਂ ਕੋਈ ਕੇਸ਼ੀ ਇਸ਼ਨਾਨ ਕਰਕੇ ਆਇਆ ਹੋਵੇ। ਤੇ ਬੀਬੀ ਰਾਮੋ ਜੀ ਨੇ ਵਿਚਾਰਿਆ ਵੀ ਸ਼ਾਇਦ ਗਰਮੀ ਬੜੀ, ਜਿਵੇਂ ਪਸੀਨਾ ਆਦਿਕ ਆਉਂਦਾ ਹੈ। ਫਿਰ ਸਾਧ ਸੰਗਤ ਜਦੋਂ ਆਪਣੇ ਪਤੀ ਸਾਈਂਦਾਸ ਜੀ ਨਾਲ ਇਹ ਗੱਲ ਕੀਤੀ, ਉਹਨਾਂ ਆਖਿਆ ਵੀ ਉੱਚੀ ਨਾ ਬੋਲ, ਮਹਾਰਾਜ ਜੀ ਨਾ ਹੁਣੇ ਵੀ ਸਤਿਗੁਰੂ ਜੀ ਦੇ ਵਿਸ਼ਰਾਮ ਵਿੱਚ ਕੋਈ ਫਰਕ ਨਾ ਪਵੇ। ਕਹਿਣ ਲੱਗੇ ਵੀ ਮਹਾਰਾਜ ਜੀ ਹੁਣੇ ਹੁਣੇ ਕਿਸੇ ਇਹ ਸੌਦਾਗਰ ਸਿੱਖ ਦਾ ਬੇੜਾ ਜਹਾਜ਼ ਸਮੁੰਦਰ ਦੇ ਵਿੱਚ ਬੜੀ ਭਿਆਨਕ ਜਗ੍ਹਾ 'ਤੇ ਰੁਕ ਗਿਆ ਸੀ, ਜਿੱਥੇ ਬੜੇ ਜੀਵ ਜੰਤੂ ਸਨ। ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਸਮੁੰਦਰ ਦੇ ਵਿੱਚੋਂ ਜਹਾਜ਼ ਬੰਨੇ ਲਾ ਕੇ ਆ ਰਹੇ ਹਨ। ਤੇ ਇਹਨੇ ਸਮੇਂ ਨੂੰ ਮਹਾਰਾਜ ਜੀ ਉੱਠ ਕੇ ਬਹਿ ਗਏ, ਸਾਵਧਾਨ ਹੋ ਕੇ। ਕਹਿਣ ਲੱਗੇ ਵੀ ਸਾਈਂ ਦਾਸ ਜੀ, ਇਹ ਸ਼ਕਤੀਆਂ ਕਿੱਥੋਂ ਪ੍ਰਾਪਤ ਕੀਤੀਆਂ ਤੁਸੀਂ ਵੀ ਤੁਹਾਨੂੰ ਸਾਡੇ ਗੁਪਤ ਕਾਰਜਾਂ ਦਾ ਪਤਾ ਲੱਗਣ ਲੱਗ ਗਿਆ। ਉਹ ਕਹਿੰਦੇ ਮਹਾਰਾਜ ਅਸੀਂ ਕਿੱਥੋਂ ਪ੍ਰਾਪਤ ਕਰਨੀਆਂ ਸਨ, ਤੁਹਾਡੇ ਦਰਸ਼ਨਾਂ ਦਾ ਆਨੰਦ ਮਾਣਦੇ ਆ, ਤੁਹਾਡੇ ਚਰਨ ਘੁੱਟਦੇ ਆ, ਸੀਤ ਪ੍ਰਸ਼ਾਦ ਛਕਦੇ ਆ, ਇਹ ਅਸੀਂ ਪ੍ਰਾਪਤ ਕੀਤੀਆਂ ਹਨ। ਸੋ ਸਾਧ ਸੰਗਤ ਮਹਾਰਾਜ ਜੀ ਬੜਾ ਪ੍ਰਸੰਨ ਹੋਏ ਵੀ ਐਸੀਆਂ ਜਿਹੜੀਆਂ ਸ਼ਕਤੀਆਂ ਜਿੱਥੇ ਸੁਤੇ ਸਿੱਧ ਗੁਰੂ ਹਰਗੋਬਿੰਦ ਸਾਹਿਬ ਜੀ ਸਰਬ ਕਲਾ ਪੂਰਨ ਹਨ, ਅੱਠੇ ਪਹਿਰੇ ਰਿੱਧੀਆਂ ਸਿੱਧੀਆਂ ਸ਼ਕਤੀਆਂ ਗੁਰੂ ਕੇ ਚਰਨਾਂ ਵਿੱਚ ਖੜੀਆਂ ਰਹਿੰਦੀਆਂ ਹਨ। ਇਹ ਕਰਾਮਾਤਾਂ ਸ਼ਕਤੀਆਂ ਗੁਰਸਿੱਖਾਂ ਦੇ ਇਹ ਅੰਦਰ ਵਰਤਦੀਆਂ ਹਨ, ਪਰ ਉਹ ਅਪਰ ਸਮਾਨ ਰਹਿੰਦੇ ਹਨ, ਕਿਸੇ ਨੂੰ ਜਣਾਉਂਦੇ ਨਹੀਂ ਹਨ। ਐਸੇ ਸਿੱਖ ਹਜ਼ਾरों ਗੁਰ ਕੇ, ਐਸੇ ਹਜ਼ਾਰਾਂ ਹੀ ਗੁਰੂ ਕੇ ਜਿਹੜੇ ਸਿੱਖ ਹਨ। ਦਿਵਸ ਪੁਰਬ ਕੇ ਦਰਸਿ ਆਨ, ਹਜ਼ਾਰਾਂ ਹੀ ਸਿੱਖ ਜਦੋਂ ਪੁਰਬ ਦੀਪਮਾਲਾ ਦਾ ਜੋੜ ਮੇਲਾ ਆਉਂਦਾ ਹੈ ਜਾਂ ਵਿਸਾਖੀ ਦਾ ਜੋੜ ਮੇਲਾ ਆਉਂਦਾ ਹੈ, ਐਸੇ ਵੱਡਿਆਂ ਮਹਾਨ ਦਿਹਾੜਿਆਂ ਤੇ ਆ ਕੇ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ। ਕੁੱਕੋ ਨਾਮ ਹੁਤੋ ਸਿੱਖ ਗੁਰ ਕੋ। ਸੋ ਸਾਧ ਸੰਗਤ ਛੇਵੇਂ ਪਾਤਸ਼ਾਹ ਜੀ ਦੀ ਕਥਾ ਕਰਤਾਰਪੁਰ ਸਾਹਿਬ ਜੀ ਦੀ ਧਰਤੀ ਤੇ ਮਹਾਰਾਜ ਜੀ ਬਿਰਾਜਮਾਨ ਹਨ। ਇੱਕ ਕੁੱਕੋ ਨਾਮ ਦਾ ਮਹਾਰਾਜ ਜੀ ਦਾ ਸਿੱਖ ਹੈ। ਪਠਨ ਸ਼ਰਵਨ ਮਹਿ ਪ੍ਰੇਮ ਮਹਾਨ, ਜਿਹੜਾ ਗੁਰਬਾਣੀ ਨੂੰ ਬੜੇ ਪਿਆਰ ਦੇ ਨਾਲ ਪੜ੍ਹਦਾ ਹੈ। ਪੜ੍ਹਨਾ ਤੇ ਸੁਣਨਾ ਸਾਧ ਸੰਗਤ ਇਹ ਦੋਨੇ ਅਲੱਗ-ਅਲੱਗ ਵਿਚਾਰਾਂ ਹਨ ਵੀ ਪਹਿਲਾਂ ਬਾਣੀ ਨੂੰ ਪੜ੍ਹਨਾ, ਫਿਰ ਕੰਨਾਂ ਨਾਲ ਸੁਣਨਾ, ਪੜ੍ਹਨਾ ਵੀ ਤੇ ਸੁਣਨਾ ਵੀ। ਸੋ ਜਿਹੜਾ ਬਾਣੀ ਨੂੰ ਪੜ੍ਹਦਾ ਵੀ ਬੜੇ ਪਿਆਰ ਨਾਲ ਹੈ ਅਤੇ ਬੜੇ ਪਿਆਰ ਦੇ ਨਾਲ ਸਰਵਣ ਕਰਦਾ ਹੈ, ਤੇ ਸੁਤ ਨਾਮ ਅਨੰਤਾ ਜਾਨੋ ਹੋ। ਉਹ ਭਾਈ ਕੁੱਕੋ ਜੀ ਦਾ ਅੱਗੇ ਇੱਕ ਲੜਕਾ, ਇੱਕ ਸੁਪੁੱਤਰ ਹੈ ਜਿਹਦਾ ਨਾਮ ਭਾਈ ਅਨੰਤਾ ਹੈ। ਗੁਰ ਸੇਵਾ ਮਹਿ ਰਹਿ ਸਵਧਾਨ। ਸੋ ਕਹਿਣ ਲੱਗੇ ਵੀ ਇਹ ਕੁੱਕੋ ਜਿਹੜਾ ਗੁਰੂ ਕਾ ਸਿੱਖ ਹੈ, ਇਹ ਸਦਾ ਹੀ ਮਹਾਰਾਜ ਜੀ ਦੀ ਸੇਵਾ ਦੇ ਵਿੱਚ ਸਾਵਧਾਨ ਰਹਿੰਦਾ, ਬੜੇ ਪਿਆਰ ਦੇ ਨਾਲ ਇਹ ਮਹਾਰਾਜ ਜੀ ਦੇ ਘਰ ਦੀ ਸੇਵਾ ਕਰਦਾ ਹੈ। ਸੂਪਕਾਰ ਕਹਿ ਦੇਗ ਥਾਨ ਢਿਗ। ਸੋ ਕਹਿਣ ਲੱਗੇ ਵੀ ਜਿੱਥੇ ਸੂਪਕਾਰ, ਜਿੱਥੇ ਸਾਧ ਸੰਗਤ ਲੰਗਰ ਭੰਡਾਰਾ ਤਿਆਰ ਹੁੰਦਾ ਹੈ ਵੀ ਸਤਿਗੁਰੂ ਜੀ ਦੇ ਛਕਣ ਵਾਸਤੇ ਜਲ ਪਾਣੀ, ਇਹ ਪ੍ਰਸ਼ਾਦ ਪਾਣੀ ਤਿਆਰ ਹੁੰਦਾ ਹੈ। ਗਹਿ ਗੁਲੀਲ ਹੱਥ ਬਾਇਸ ਤਾਨ। ਸੋ ਕਹਿਣ ਲੱਗੇ ਵੀ ਲਾਂਗਰੀ ਸਿੱਖ ਨੇ, ਕਿਉਂਕਿ ਭਾਈ ਕੁੱਕੋ ਜੀ ਵੀ ਲਾਂਗਰੀ ਸਿੱਖ ਦੇ ਨਾਲ ਲੰਗਰ ਦੇ ਵਿੱਚ ਸੇਵਾ ਕਰਾਉਂਦੇ ਸਨ। ਤੇ ਅੱਗੇ ਲਾਂਗਰੀ ਸਿੱਖ ਨੇ ਸੂਪਕਾਰ ਨੇ ਭਾਈ ਕੁੱਕੋ ਜੀ ਦੇ ਸੁਪੁੱਤਰ ਅਨੰਤੇ ਨੂੰ ਇਹ ਆਖਿਆ ਵੀ ਜਿਹੜੇ ਕਾਂ ਆਦਿਕ ਪੰਛੀ ਹਨ, ਉਹ ਜਿੱਥੇ ਲੰਗਰ ਵਾਸਤੇ ਆਟਾ ਗੁੰਨਦੇ ਹਾਂ, ਇਹ ਸੌਦੀਆਂ ਆਦਿਕ ਆਪਾਂ ਸਜਾ ਕੇ ਰੱਖਦੇ, ਪੰਛੀ ਆਉਂਦੇ ਹਨ, ਤੇ ਤੂੰ ਬਾਹਰ ਬੈਠ ਕੇ ਇਹਨਾਂ ਪੰਛੀਆਂ ਨੂੰ ਵਰਜਣਾ ਰੋਕਣਾ ਹੈ ਵੀ ਆਪਣੇ ਹੱਥ ਦੇ ਵਿੱਚ ਗੁਲੇਲ ਲੈ ਕੇ ਇਹ ਪੰਛੀਆਂ ਨੂੰ ਡਰਾਉਣਾ ਹੈ ਵੀ ਸਤਿਗੁਰੂ ਸਾਹਿਬ ਜੀ ਦਾ ਭੰਡਾਰਾ ਜਿਹੜਾ ਲੰਗਰ ਪ੍ਰਸ਼ਾਦਾ, ਉਹ ਬੜੀ ਸੁਚਮਤਾ ਦੇ ਨਾਲ ਆਪਾਂ ਭਾਵਨਾ ਨਾਲ ਤਿਆਰ ਕਰਦੇ ਹਾਂ। ਤੇ ਸਾਧ ਸੰਗਤ ਜਦੋਂ ਪੰਛੀ ਆਦਿਕ ਉੱਡ ਕੇ ਆਉਣ, ਉਹ ਚੁੰਝ ਮਾਰ ਕੇ ਫਿਰ ਝੂਠਾ ਵੀ ਕਰਦੇ ਹਨ, ਫਿਰ ਵੇਠਾਂ ਆਦਿਕ ਵੀ ਉੱਪਰ ਕਰ ਜਾਂਦੇ ਹਨ। ਇਸ ਕਰਕੇ ਇਹ ਪਹਿਲਾਂ ਹੀ ਸਾਵਧਾਨਤਾ ਵਰਤੀ ਹੈ ਭਾਈ ਅਨੰਤੇ ਨੂੰ, ਜਿਹੜਾ ਭਾਈ ਕੁੱਕੋ ਦਾ ਲੜਕਾ ਸੀ ਬੱਚਾ,
ਉਹਨੂੰ ਆਖਿਆ ਵੀ ਹੱਥ ਵਿੱਚ ਗੁਲੇਲ ਲੈ ਕੇ ਇਹ ਪੰਛੀਆਂ ਨੂੰ ਤੂੰ ਉਡਾਉਣਾ ਵਰਜਣਾ ਹੈ। ਨਿਕਟ ਨ ਹੋਣ ਦੇਹੋ ਗਨ ਆਵਤ। ਕੋਈ ਵੀ ਪੰਛੀ ਜਿਹੜਾ ਨਾ ਨੇੜੇ ਨਾ ਆਵੇ ਜਿੱਥੇ ਲੰਗਰ ਪ੍ਰਸ਼ਾਦਾ ਪੱਕਦਾ ਬਣਦਾ ਹੈ। ਇਸੀ ਕਾਜ ਪਰ ਰਹੋ ਸਿੱਖ ਮਾਨ। ਅਤੇ ਆਖਿਆ ਵੀ ਤੂੰ ਇਹ ਰੋਜ਼ ਇਹ ਸਿੱਖਿਆ ਮੰਨ ਕੇ ਗੱਲ ਮੰਨ ਕੇ ਇਹੀ ਸੇਵਾ ਕਰਨੀ ਹੈ। ਆਪਣੇ ਹੱਥ ਦੇ ਵਿੱਚ ਗੁਲੇਲਾ ਲੈ ਕੇ ਇਹ ਪੰਛੀਆਂ ਨੂੰ ਵਰਜਣਾ ਹੈ, ਡਰਾਉਣਾ ਹੈ। ਗੂੰਦ ਚੂਨ ਪਿਖ ਬਾਇਸ ਆਇਓ। ਕਹਿੰਦੇ ਜਦੋਂ ਸਾਧ ਸੰਗਤ ਆਟਾ ਗੁੱਝ ਰਿਹਾ ਸੀ, ਆਟੇ ਗੁੰਨੇ ਜਾਂਦੇ ਨੂੰ ਵੇਖ ਕੇ ਬਾਇਸ ਕਹਿੰਦੇ ਕਾਂ ਨੂੰ, ਕਹਿੰਦੇ ਕਾਂ ਜਿਹੜਾ ਆ ਰਿਹਾ ਵੀ ਕਾਂ ਨੇੜੇ ਆਉਣ ਲੱਗਾ ਹੈ। ਗਹਿ ਗੁਲੀਲ ਤਹਿ ਦਿਓ ਡਰਾਏ। ਸੋ ਕਹਿਣ ਲੱਗੇ ਇਸ ਤਰ੍ਹਾਂ ਭਾਈ ਕੁੱਕੋ ਦਾ ਸੁਪੁੱਤਰ ਜਿਹੜਾ ਅਨੰਤਾ ਹੈ, ਅਨੰਤੇ ਨੇ ਹੱਥ ਵਿੱਚ ਗੁਲੇਲ ਲੈ ਕੇ ਕਾਂ ਨੂੰ ਵਰਜਿਆ, ਰੋਕਿਆ ਹੈ। ਪੁਨ ਆਵਤ ਹਟਕਾਵਤ ਪੁਨ ਪੁਨ। ਹੁਣ ਕਾਂ ਸਾਧ ਸੰਗਤ ਬੜਾ ਢੀਠ ਪੰਛੀ ਹੁੰਦਾ ਨਾ, ਵੀ ਵਾਰ-ਵਾਰ ਆਪਾਂ ਉਹਨੂੰ ਉਡਾਈਏ ਤੇ ਉਹ ਉੜਦਾ ਨਹੀਂ, ਵਾਰ-ਵਾਰ ਆਉਂਦਾ ਹੈ। ਕਹਿੰਦੇ ਉਹ ਅਨੰਤੇ ਨੇ ਵਾਰ-ਵਾਰ ਕਾਂ ਨੂੰ ਵਰਜਣਾ ਕੀਤਾ, ਡਰਾਉਣਾ ਕੀਤਾ, ਪਰ ਕਾਂ ਫਿਰ ਵਾਰ-ਵਾਰ ਆ ਰਿਹਾ ਸੀ ਵੀ ਮੈਂ ਆਟੇ ਦੇ ਵਿੱਚ ਜਾ ਕੇ ਚੁੰਝ ਮਾਰਾਂ। ਕਹਿੰਦੇ ਇਸ ਤਰ੍ਹਾਂ ਜਦੋਂ ਕਾਂ ਵਾਰ-ਵਾਰ ਨੇੜੇ ਆਉਂਦਾ ਹੈ, ਜਬ ਚਿਤ ਲਖਿਓ ਨਹੀਂ ਇਹੋ ਜਾਏ। ਜਦੋਂ ਭਾਈ ਅਨੰਤੇ ਨੇ ਚੰਗੀ ਤਰ੍ਹਾਂ ਵਿਚਾਰ ਲਿਆ ਵੀ ਕਾਂ ਬੜਾ ਢੀਠ ਹੈ, ਵੀ ਮੈਂ ਤੈਨੂੰ ਡਰਾ ਰਿਹਾ ਹਾਂ, ਜਿੰਨਾ ਚਿਰ ਚੰਗੀ ਤਰ੍ਹਾਂ ਇਹਦੇ ਮਾਰਾਂਗਾ ਨਹੀਂ, ਟਿਕਾ ਕੇ ਨਿਸ਼ਾਨਾ ਨਹੀਂ ਛੱਡਾਂਗਾ, ਉਹਨਾਂ ਚਿਰ ਇਹਨੇ ਵਾਪਸ ਨਹੀਂ ਹਟਣਾ। ਕਹਿੰਦੇ ਇਦਾਂ ਭਾਈ ਅਨੰਤੇ ਨੇ ਵਿਚਾਰਿਆ ਵੀ ਇਹ ਤਾਂ ਬੜਾ ਢੀਠ ਹੈ, ਵਾਰ-ਵਾਰ ਹੀ ਅੱਗੇ ਆ ਰਿਹਾ ਹੈ। ਤਾਨ ਗੁਲੇਲਾ ਫਰ ਮਹਿ ਮਾਰਿਓ। ਇਹ ਤਾਂ ਭਾਈ ਅਨੰਤੇ ਨੇ ਗੁਲੇਲਾ ਤਾਣ ਕੇ ਕੱਸ ਕੇ ਨਿਸ਼ਾਨਾ ਸਾਧ ਕੇ ਉਹ ਕਾਂ ਦੇ ਫਰ ਦੇ ਵਿੱਚ ਜਿਹੜਾ ਖੰਭ ਸੀ ਉਹਦੇ ਵਿੱਚ ਨਿਸ਼ਾਨਾ ਛੱਡਿਆ ਹੈ। ਲੰਗਰਾ ਭਇਓ ਕਾਗ ਦੁਖ ਪਾਏ। ਉਹ ਕਾਂ ਸਾਧ ਸੰਗਤ ਲੰਗੜਾ ਹੋ ਗਿਆ, ਬੜਾ ਦੁਖੀ ਹੋਣ ਲੱਗਾ ਵਿਚਾਰਾ। ਨਿਸ਼ਾਨਾ ਸੀ ਵੱਜ ਗਿਆ ਤੇ ਖੰਭ ਜਿਹੜਾ ਟੁੱਟ ਗਿਆ, ਵੀ ਬੜੇ ਜ਼ੋਰ ਦੀ ਨਿਸ਼ਾਨਾ ਖੰਭ ਵਿੱਚ ਵੱਜਾ ਹੈ। ਕਹਿਣ ਲੱਗੇ ਕਾਂ ਫਿਰ ਉੱਡਣ ਤੋਂ ਜਿਹੜਾ ਬਗੈਰ ਰਹਿਤ ਹੋ ਗਿਆ, ਲੰਗੜਾ ਹੋ ਗਿਆ ਹੈ। ਭੋਜਨ ਕਰਨ ਗੁਰੂ ਤਬ ਪਹੁੰਚੇ। ਜਦੋਂ ਲੰਗਰ ਪ੍ਰਸ਼ਾਦਾ ਛਕਣ ਦਾ ਸਮਾਂ ਹੋਇਆ, ਮੀਰੀ ਪੀਰੀ ਦੇ ਮਾਲਕ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਭੋਜਨ ਛਕਣ ਵਾਸਤੇ, ਪ੍ਰਸ਼ਾਦ ਪਾਣੀ ਛਕਣ ਵਾਸਤੇ ਪਹੁੰਚੇ ਹਨ। ਮਨ ਭਾਵਤ ਅਚਕੈ ਤ੍ਰਿਪਤਾਏ। ਸਤਿਗੁਰੂ ਜੀ ਮਨ ਭਾਉਂਦਾ ਪ੍ਰਸ਼ਾਦ ਪਾਣੀ ਛਕ ਕੇ ਤ੍ਰਿਪਤ ਹੋਏ ਹਨ। ਤ੍ਰਿਪਤ ਹੋ ਕਰਕੇ ਕੰਨ ਕਾਗਨ ਕੋ ਟੁਕਰਾ ਪਾਏ। ਇਹਦਾ ਸਤਿਗੁਰੂ ਜੀ ਨੇ ਜਲ ਵਰਤਿਆ। ਤ੍ਰਿਪਤ ਹੋਣ ਤੋਂ ਬਾਅਦ ਫਿਰ ਆਪਣੇ ਹੱਥਾਂ ਦੇ ਨਾਲ ਸਤਿਗੁਰੂ ਜੀ ਜਿੰਨੇ ਪੰਛੀ ਸਨ ਉਹਨਾਂ ਨੂੰ ਭੋਜਨ ਦੇ ਟੁਕੜੇ ਮਹਾਰਾਜ ਜੀ ਪਾਉਂਦੇ ਸਨ। ਬੜਾ ਹਿਰਦਾ ਮਹਾਰਾਜ ਜੀ ਦਾ ਦਿਆਲੂ ਕਿਰਪਾਲੂ, ਬੜਾ ਹਿਰਦਾ ਮਹਾਰਾਜ ਜੀ ਦਾ ਕੋਮਲ ਹੈ ਵੀ ਇਹ ਪੰਛੀਆਂ ਨੂੰ, ਜਾਨਵਰਾਂ ਨੂੰ ਮਹਾਰਾਜ ਜੀ ਆਪਣੇ ਹੱਥਾਂ ਦੇ ਨਾਲ ਇਹ ਪ੍ਰਸ਼ਾਦ ਪਾਣੀ ਦੇ ਭੋਜਨ ਦੇ ਟੁਕੜੇ ਪਾਉਂਦੇ ਸੀ। ਤਤ ਛਿਨ ਮਿਲੇ ਖਾਏ ਸਮੁਦਾਏ। ਜਦੋਂ ਮਹਾਰਾਜ ਜੀ ਨੇ ਜਲ ਪਾਣੀ ਛਕ ਕੇ ਉੱਠਣਾ ਹੁੰਦਾ, ਪੰਛੀ ਵੀ ਨੇੜੇ ਨੇੜੇ ਆ ਜਾਂਦੇ ਸਨ। ਉਹਨਾਂ ਪੰਛੀਆਂ ਦੇ ਵੀ ਵੱਡੇ ਭਾਗ ਸਨ ਵੀ ਜਿਹੜੇ ਮਹਾਰਾਜ ਜੀ ਦਾ ਸੀਤ ਪ੍ਰਸ਼ਾਦ ਛਕਦੇ ਸਨ। ਸਾਧ ਸੰਗਤ ਇੱਕ ਬੇਨਤੀ ਕਰਾਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਸੀਤ ਪ੍ਰਸ਼ਾਦ ਹੈ, ਜੋ ਮਹਾਰਾਜ ਜੀ ਨੇ ਛਕਿਆ, ਅੱਜ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਇਹ ਭੋਗ ਲੱਗਦਾ ਹੈ। ਕਈ ਵਾਰਾਂ ਇਹ ਕਥਾ ਕਰਨ ਵਾਸਤੇ ਜਾਈਏ ਤੇ ਵੇਖੀਦਾ ਹੈ ਜਦੋਂ ਕੜਾਹ ਪ੍ਰਸ਼ਾਦ ਦਾ ਵਰਤਾਰਾ ਵਰਤਦਾ, ਚਲੋ ਘੱਟ ਛਕਣਾ ਵੱਖਰੀ ਗੱਲ ਹੈ, ਪਰ ਕਈਆਂ ਨੂੰ ਜਿਵੇਂ ਡਾਕਟਰ ਮਿੱਠਾ ਖਾਣ ਤੋਂ ਕੋਈ ਮਨਾ ਕਰਦੇ ਹਨ, ਉਹ ਕੜਾਹ ਪ੍ਰਸ਼ਾਦ ਨੂੰ ਵੀ ਇੱਕ ਮਿੱਠੇ ਪਕਵਾਨ ਪਦਾਰਥ ਦੀ ਤਰ੍ਹਾਂ ਸਮਝਦੇ, ਜਿਵੇਂ ਜਲੇਬੀਆਂ, ਲੱਡੂ ਆਦਿਕਾਂ ਨੂੰ ਆਪਾਂ ਸਮਝਦੇ ਹਾਂ। ਇਹ ਸਾਧ ਸੰਗਤ ਕੜਾਹ ਪ੍ਰਸ਼ਾਦ ਕੋਈ ਮਿੱਠਾ ਪਦਾਰਥ ਨਹੀਂ, ਇਹ ਸਤਿਗੁਰਾਂ ਦਾ ਸੀਤ ਪ੍ਰਸ਼ਾਦ ਹੈ। ਇਹਨੂੰ ਬੜੇ ਪਿਆਰ ਦੇ ਨਾਲ ਛਕਣਾ ਚਾਹੀਦਾ ਹੈ। ਇਹ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼ ਵਾਲਾ ਗੁਰੂ ਘਰ ਦਾ ਪ੍ਰਸ਼ਾਦ ਹੈ। ਇਹ ਸਾਡੇ ਕਈ ਰੋਗ ਦੂਰ ਕਰਦਾ ਹੈ। ਸੋ ਕਈ ਵਾਰਾਂ ਵੇਖੀਦਾ ਵੀ ਕਈ ਗੁਰਮੁਖ ਪਿਆਰੇ ਫਿਰ ਜਿਵੇਂ ਬਾਕੀ ਗੁਰਦੁਆਰੇ ਸਾਹਿਬ ਹੁੰਦੇ ਵੀ ਕੜਾਹ ਪ੍ਰਸ਼ਾਦ ਲੈ ਕੇ ਉਹ ਬਾਹਰ ਪੰਛੀਆਂ ਨੂੰ ਪਾ ਦਿੰਦੇ ਜਾਂ ਕੰਧਾਂ 'ਤੇ ਰੱਖ ਦਿੰਦੇ ਹਨ ਵੀ ਅਸੀਂ ਨਹੀਂ ਛਕ ਸਕਦੇ। ਇਸ ਤਰ੍ਹਾਂ ਦੀ ਭੁੱਲ ਨਹੀਂ ਕਰਨੀ ਚਾਹੀਦੀ।
ਇਹ ਕੜਾਹ ਪ੍ਰਸ਼ਾਦ ਨੂੰ ਗੁਰੂ ਕਾ ਸੀਤ ਪ੍ਰਸ਼ਾਦ ਸਮਝ ਕੇ ਬੜੇ ਪਿਆਰ ਨਾਲ ਛਕਣਾ ਚਾਹੀਦਾ ਹੈ। ਸੋ ਜਿੰਨੇ ਪੰਛੀ ਸਨ, ਜਾਨਵਰ ਸਨ, ਉਹ ਮਹਾਰਾਜ ਜੀ ਨੇ ਜਦੋਂ ਉੱਠਣਾ ਹੁੰਦਾ ਸੀ ਨੇੜੇ ਨੇੜੇ ਆ ਜਾਂਦੇ ਸਨ ਤੇ ਵੀ ਸਤਿਗੁਰੂ ਜੀ ਦੇ ਹੱਥਾਂ ਦਾ ਸੀਤ ਪ੍ਰਸ਼ਾਦ ਅਸੀਂ ਛਕ ਕੇ ਤ੍ਰਿਪਤ ਹੋਵਾਂਗੇ। ਤਿਨ ਮੇ ਲੰਗਰਾ ਦੁਖ ਤੇ ਵਿਚਰਤ। ਇਸੇ ਤਰ੍ਹਾਂ ਜਦੋਂ ਬਹੁਤੇ ਪੰਛੀ ਇਕੱਠੇ ਹੋ ਗਏ, ਆਣ ਕੇ ਜਾਨਵਰ ਆਏ, ਮਹਾਰਾਜ ਜੀ ਆਪਣੇ ਹੱਥਾਂ ਨਾਲ ਟੁਕੜੇ ਪਾਉਣ ਲੱਗੇ। ਉਹ ਕਾਂ ਜਿਹੜਾ ਲੰਗੜਾ ਹੋਇਆ ਸੀ, ਭਾਈ ਅਨੰਤੇ ਨੇ ਗਲੇਲ ਮਾਰੀ, ਨਿਸ਼ਾਨਾ ਮਾਰਿਆ ਤੇ ਉਹਦੇ ਖੰਭ ਵਿੱਚ ਲੱਗਾ ਸੀ। ਉਹ ਕਾਂ ਵਿਚਾਰਾ ਬੜਾ ਦੁਖੀ ਹੋ ਰਿਹਾ ਵੀ ਉਹਦੇ ਤੋਂ ਉੜਿਆ ਨਹੀਂ ਜਾ ਰਿਹਾ। ਹਾਲਾਂਕਿ ਸਾਧ ਸੰਗਤ ਭਾਈ ਅਨੰਤਾ ਜੀ ਨੇ ਜਾਣ ਬੁੱਝ ਕੇ ਨਹੀਂ ਸੀ ਮਾਰਿਆ, ਉਹ ਵਾਰ-ਵਾਰ ਡਰਾ ਰਹੇ ਸਨ। ਪਹਿਲਾਂ ਡਰਾਇਆ, ਪਰ ਕਾਂ ਨੇ ਇਹ ਢੀਠਪੁਣਾ ਕੀਤਾ ਵੀ ਜਿਵੇਂ ਉਹਦੀ ਬਿਰਤੀ ਹੁੰਦੀ ਵੀ ਵਾਰ-ਵਾਰ ਉਹਨੇ ਅੱਗੇ ਆਉਣਾ, ਤੇ ਸੁਭਾਵਕ ਫਿਰ ਭਾਈ ਅਨੰਤਾ ਜੀ ਕੋ ਨਿਸ਼ਾਨਾ ਮਾਰਿਆ ਗਿਆ ਤੇ ਉਹ ਲੰਗੜਾ ਹੋ ਗਿਆ। ਉਹ ਲੰਗੜਾ ਕਾਂ ਵੀ ਉਹਨਾਂ ਪੰਛੀਆਂ ਵਿੱਚ ਵਿਚਰ ਰਿਹਾ ਹੈ। ਭਿਖ ਕਿਰਪਾਲ ਇਮ ਬਚਨ ਅਲਾਏ। ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਕਿਰਪਾਲੂ ਜੀ ਨੇ ਜਦੋਂ ਵੇਖਿਆ ਵੀ ਇਹ ਕਾਂ ਬੜਾ ਦੁਖੀ ਹੈ, ਬੜਾ ਦੁੱਖ ਦੇ ਸਹਿਤ ਹੈ, ਵੀ ਇਹਦਾ ਇੱਕ ਖੰਭ ਜਿਹੜਾ ਟੁੱਟ ਗਿਆ ਹੈ, ਜ਼ਖਮੀ ਹੋ ਗਿਆ ਕਾਂ, ਵੀ ਬੜਾ ਵਿਚਾਰਾ ਇਹ ਦੁਖੀ ਹਾਲਤ ਦੇ ਵਿੱਚ ਇੱਧਰ ਉੱਧਰ ਨੂੰ ਜਾ ਰਿਹਾ ਹੈ। ਜਾਇਰ ਸਾਤਲ ਕਿਨ ਇਹ ਮਾਰਿਓ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰਸਨਾ ਤੋਂ ਸੁਭਾਵਕ ਬਚਨ ਹੋਇਆ। ਮਹਾਰਾਜ ਜੀ ਕਹਿੰਦੇ ਉਹ ਰਸਾਤਲ ਨੂੰ ਚਲਿਆ ਜਾਵੇ, ਨਰਕਾਂ ਨੂੰ ਚਲਿਆ ਜਾਵੇ, ਜਿਹਨੇ ਕਾਂ ਨੂੰ ਮਾਰਿਆ, ਲੰਗੜਾ ਕੀਤਾ ਹੈ। ਤਬ ਬਾਇਸ ਕੀ ਪੀਰ ਨਸਾਏ। ਤਦੋਂ ਫਿਰ ਮਹਾਰਾਜ ਜੀ ਨੇ ਗੁਰੂ ਕੀ ਦ੍ਰਿਸ਼ਟੀ ਦੇ ਵਿੱਚ ਅੰਮ੍ਰਿਤ ਵਰਸਦਾ ਹੈ। ਇਹ ਕਿਰਪਾ ਭੜੀ ਦ੍ਰਿਸ਼ਟੀ ਪਾ ਕੇ ਨਾ ਛੇਵੇਂ ਪਾਤਸ਼ਾਹ ਜੀਆਂ ਨੇ ਉਹ ਕਾਂ ਦੀ ਬਾਇਸ ਦੀ ਜਿਹੜੀ ਪੀੜਾ ਸੀ ਨਿਵਰਤ ਕਰ ਦਿੱਤੀ ਹੈ। ਸੁਨਤ ਅਨੰਤਾ ਚਿੰਤ ਅਨੰਤਾ। ਸਾਧ ਸੰਗਤ ਸੁਣ ਕਰਕੇ ਨਾ ਜਿਹੜਾ ਭਾਈ ਅਨੰਤਾ ਜੀ ਸਨ ਉਹ ਬੜੀ ਚਿੰਤਾ ਦੇ ਸਹਿਤ ਹੋਏ, ਕਿਉਂਕਿ ਬਚਨ ਮਹਾਰਾਜ ਜੀ ਨੇ ਉੱਚੀ ਕੀਤਾ ਵੀ ਜਿਹਨੇ ਕਾਂ ਨੂੰ ਲੰਗੜਾ ਕੀਤਾ ਨਰਕਾਂ ਨੂੰ ਚਲਿਆ ਜਾਵੇ। ਉਹ ਭਾਈ ਅਨੰਤੀ ਨੇ ਬਚਨ ਸੁਣਿਆ, ਭਾਈ ਅਨੰਤਾ ਜੀ ਬੜੀ ਚਿੰਤਾ ਦੇ ਸਹਿਤ ਹੋਏ ਹਨ। ਜਾਏ ਪਿਤਾ ਸੋ ਕਹੀ ਸੁਨਾਏ। ਜਾ ਕਰਕੇ ਆਪਣੇ ਪਿਤਾ ਭਾਈ ਕੁੱਕੋ ਜੀ ਦੇ ਨਾਲ ਇਹ ਗੱਲ ਕੀਤੀ, ਇਹ ਸਾਰੀ ਵਾਰਤਾ ਦੱਸੀ ਹੈ। ਅਤੇ ਜੋ ਛੇਵੇਂ ਪਾਤਸ਼ਾਹ ਜੀ ਦੀ ਰਸਨਾ ਦਾ ਵਚਨ ਹੋ ਗਿਆ ਉਹ ਵੀ ਦੱਸਿਆ ਵੀ ਮਹਾਰਾਜ ਜੀ ਨੇ ਇਦਾਂ ਕਿਹਾ ਹੈ ਵੀ ਉਹ ਨਰਕਾਂ ਨੂੰ ਚਲਿਆ ਜਾਵੇ ਜਿਹਨੇ ਕਾਂ ਨੂੰ ਲੰਗੜਾ ਕੀਤਾ ਹੈ। ਸੂਤ ਪਿਤ ਜੁਗ ਮਨ ਮਹਿ ਬਿਸਮਾਏ। ਇਹ ਸਾਧ ਸੰਗਤ ਪਿਤਾ ਦੇ ਸਹਿਤ ਜਿਹੜਾ ਪੁੱਤਰ ਸੀ, ਪੁੱਤਰ ਦੇ ਸਹਿਤ ਜੋ ਪਿਤਾ ਵੀ ਦੋਨੇ ਜਾਣੇ ਬੜਾ ਬਿਸਮਾਰ ਰਹੇ, ਬੜਾ ਹੈਰਾਨ ਹੋ ਰਹੇ ਹਨ। ਚਿੰਤਾ ਦੁਖਤ ਸ਼ੌਂਕ ਤੇ ਦੀਨ। ਇਹਨਾਂ ਦੇ ਹਿਰਦੇ ਹੁਣ ਚਿੰਤਾ ਦੇ ਨਾਲ ਦੁਖਣ ਲੱਗੇ ਹਨ, ਚਿੰਤਾ ਹੋ ਰਹੀ ਹੈ, ਕਿਉਂਕਿ ਛੇਵੇਂ ਪਾਤਸ਼ਾਹ ਮਹਾਰਾਜ ਜੀ ਦਾ ਬਚਨ ਜੋ ਰਸਨਾ ਤੋਂ ਵਚਨ ਕਰ ਦਿੱਤਾ ਉਹ ਸਾਧ ਸੰਗਤ ਸਾਥੀ ਹੋਵੇਗਾ। ਇਸ ਕਰਕੇ ਨਾ ਬੜੇ ਵਿਚਾਰੇ ਨਿਮਾਣੇ ਜੇ ਹੋਣ ਲੱਗੇ, ਦੀਨ ਹੋਣ ਲੱਗੇ ਹਨ। ਦੁਰਬਲ ਭਇਓ ਅਨੰਤਾ ਆਤਸ਼ੈ। ਹੁਣ ਚੇਤਾ ਕਰਕੇ ਜਦੋਂ ਚਿੰਤਾ ਹੋਵੇ, ਫਿਕਰ ਹੋਵੇ, ਫਿਰ ਕੋਈ ਜਲ ਪਾਣੀ ਵੀ ਛਕਣ ਨੂੰ ਜੀ ਨਹੀਂ ਕਰਦਾ। ਸਾਧ ਸੰਗਤ ਇਹ ਆਪਾਂ ਤੰਦਰੁਸਤ ਹਾਂ, ਕੋਈ ਚਿੰਤਾ ਨਹੀਂ, ਭਾਵੇਂ ਰੱਜੇ ਵੀ ਹੋਈਏ ਫਿਰ ਵੀ ਜਲ ਪਾਣੀ ਛਕੀ ਜਾਈਦਾ ਹੈ। ਜਿੰਨੀ ਮਰਜ਼ੀ ਭੁੱਖ ਲੱਗੀ ਹੋਵੇ, ਜੇ ਚਿੰਤਾ ਹੋਵੇ ਤੇ ਬੁਰਕੀ ਗਲੇ ਤੋਂ ਥੱਲੇ ਨਹੀਂ ਉਤਰਦੀ ਹੈ। ਕਹਿਣ ਲੱਗੇ ਇਸੇ ਤਰ੍ਹਾਂ ਭਾਈ ਅਨੰਤਾ ਜੀ ਦੀ ਹਾਲਤ ਹੋਈ ਵੀ ਦਿਨ ਪ੍ਰਤ ਦਿਨ ਕਰਕੇ ਸਰੀਰ ਦੁਰਬਲ ਹੋ ਰਿਹਾ, ਕਮਜ਼ੋਰ ਜਿਹਾ ਹੋ ਰਿਹਾ ਹੈ। ਕੁੱਕੋ ਦੇਖ ਦੇਖ ਨਿਤ ਸ਼ੀਨ। ਭਾਈ ਕੁੱਕੋ ਜੀ ਵੀ ਚਿੰਤਾ ਕਰ ਰਹੇ ਵੀ ਮੇਰਾ ਜਿਹੜਾ ਬੱਚਾ, ਮੇਰਾ ਪੁੱਤਰ ਜਿਹੜਾ ਅਨੰਤ ਹੈ ਨਾ, ਬੜੀ ਚਿੰਤਾ ਕਰ ਰਿਹਾ, ਉਹਦਾ ਤੇ ਸਰੀਰ ਹੀ ਬਿਲਕੁਲ ਲਿੱਸਾ ਹੋ ਰਿਹਾ, ਦੁਰਬਲ ਹੁੰਦਾ ਜਾਂਦਾ ਹੈ। ਤੇ ਪੁੱਤਰ ਦੀ ਚਿੰਤਾ ਦੇ ਵਿੱਚ ਭਾਈ ਕੁੱਕੋ ਜੀ ਦਾ ਸਰੀਰ ਵੀ ਕਮਜ਼ੋਰ ਹੋਣ ਲੱਗਾ ਵੀ ਇਹ ਦੋਨੇ ਚਿੰਤਾ ਕਰ ਰਹੇ ਹਨ। ਬਿਨੈ ਕਰੀ ਬਹੁ ਸਿੱਖਨ ਆਗੈ। ਇਹ ਫਿਰ ਬੜੇ ਸਿੱਖਾਂ ਦੇ ਅੱਗੇ ਬੇਨਤੀ ਕਰਨ ਲੱਗੇ ਹਨ ਵੀ ਐ ਗੁਰੂ ਕੇ ਸਿੱਖੋ ਕਿਰਪਾ ਕਰੋ, ਜਿਹੜਾ ਛੇਵੇਂ ਪਾਤਸ਼ਾਹ ਨੇ ਵਚਨ ਕੀਤਾ ਨਾ ਸਾਡੀ ਭੁੱਲ ਨੂੰ ਬਖਸ਼ਾ ਦਿਓ, ਤੁਸੀਂ ਕਿਰਪਾ ਕਰੋ, ਛੇਵੇਂ ਪਾਤਸ਼ਾਹ ਜੀ ਸਾਨੂੰ ਮਾਫ ਕਰ ਦੇਣ।
ਬਖਸ਼ਾਵਹੁ ਮਮ ਸੁਤ ਸੁਖਹੀਨ। ਇਹਨਾਂ ਭਾਈ ਕੋਕੋ ਨਾ ਬੜੇ ਸਿੱਖਾਂ ਦੇ ਅੱਗੇ ਜਾ ਕੇ ਹੱਥ ਜੋੜਦਾ ਪਿਆਰ ਦੇ ਨਾਲ ਵੀ ਮੇਰੇ ਪੁੱਤ ਨੂੰ ਜਿਹੜਾ ਛੇਵੇਂ ਪਾਤਸ਼ਾਹ ਜੀ ਨੇ ਭਜਨ ਕੀਤਾ ਹੈ ਇਹ ਗੁਰੂ ਕਾ ਸਰਾਪ ਹੋ ਗਿਆ, ਕਿਰਪਾ ਕਰੋ ਇਹ ਬਖਸ਼ਾ ਦਿਓ ਤੇ ਮੇਰਾ ਜਿਹੜਾ ਪੁੱਤਰ ਫਿਰ ਤੰਦਰੁਸਤ ਹੋ ਜਾਵੇ। ਤਿਨਹੁ ਕਹਿਓ ਵਿਦਿਏ ਟਿਕ ਗਮਨਹ। ਸਾਰੇ ਸਿੱਖਾਂ ਦੇ ਕੋਲ ਜਦੋਂ ਭਾਈ ਕੋਕੋ ਦੀ ਜਾਂਦੇ ਉਹਨਾਂ ਨੇ ਫਿਰ ਅੱਗਿਓਂ ਆਖਿਆ ਵੀ ਤੁਸੀਂ ਨਾ ਬਾਬਾ ਬਿਧੀ ਚੰਦ ਜੀ ਦੇ ਕੋਲ ਜਾਓ, ਕਿਉਂਕਿ ਬਿਧੀ ਚੰਦ ਜੀ ਬੜੇ ਪਰਉਪਕਾਰੀ ਗੁਰੂ ਕੇ ਸਿੱਖ ਹਨ, ਮਹਾਨ ਪਰਉਪਕਾਰ ਕਰਨ ਵਾਲੇ ਹਨ। ਤੁਸੀਂ ਬਾਬਾ ਬਿਧੀ ਚੰਦ ਜੀ ਦੇ ਕੋਲ ਜਾਣਾ ਕਰੋ ਜੀ। ਉਪਕਾਰੀ ਗੁਰ ਨਿਕਟ ਪਰਬੀਨ। ਕਿਉਂਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨੇੜੇ ਰਹਿਣ ਵਾਲੇ ਬੜੇ ਚਤੁਰ ਪਰਉਪਕਾਰੀ ਸੁਭਾਅ ਦੇ ਹਨ ਬਾਬਾ ਬਿਧੀ ਚੰਦ ਜੀ। ਸੁਨਤ ਜਾਏ ਤਿਸ ਕੇ ਪਗ ਪਕਰੇ। ਇਸ ਤਰ੍ਹਾਂ ਜਾ ਕਰਕੇ ਭਾਈ ਕੁੱਕੋ ਜੀ ਨੇ ਸਿੱਖਾਂ ਤੋਂ ਸੁਣ ਕੇ ਤੇ ਬਾਬਾ ਬਿਧੀ ਚੰਦ ਜੀ ਦੇ ਚਰਨ ਪਕੜੇ ਹਨ। ਭਾਖਿਓ ਸਕਲ ਪ੍ਰਸੰਗ ਇਹ ਸੁਨਾਈ। ਸਾਰੀ ਵਾਰਤਾ ਜਿਹੜੀ ਹੈ ਸੁਣਾ ਕੇ ਦੱਸੀ, ਪ੍ਰਸੰਗ ਦੱਸਿਆ ਹੈ। ਗੁਰ ਬਚ ਕਹਿਓ ਰਸਾਤਲ ਜਾਵੈ ਹੈ। ਇਹ ਦੱਸਿਆ ਕਿ ਮੇਰੇ ਪੁੱਤਰ ਅਨੰਤੇ ਤੋਂ ਕਾਂ ਦੇ ਨਿਸ਼ਾਨਾ ਵੱਜ ਗਿਆ, ਗੁਲੇਲ ਦੇ ਨਾਲ ਉਹਨੇ ਕਾਂ ਨੂੰ ਲੰਗੜਾ ਕਰ ਦਿੱਤਾ ਤੇ ਮਹਾਰਾਜ ਜੀ ਨੇ ਆਖਿਆ ਵੀ ਜਿਹਨੇ ਕਾਂ ਨੂੰ ਲੰਗੜਾ ਕੀਤਾ ਇਹ ਕਾਂ ਦਾ ਪੰਖ ਖੰਭ ਤੋੜਿਆ ਔਰ ਰਸਾਤਲ ਨੂੰ ਚਲਿਆ ਜਾਵੇ, ਨਰਕਾਂ ਨੂੰ ਚਲਿਆ ਜਾਵੇ। ਕਿਉਂਕਿ ਸਾਧ ਸੰਗਤ ਇਹ ਬਿਨਾਂ ਹੀ ਕਾਰਨ ਤੋਂ ਜਿਹੜਾ ਨੁਕਸਾਨ ਹੋਣਾ ਹੈ, ਕਿਸੇ ਨੂੰ ਦੁੱਖ ਦੇਣਾ ਹੈ, ਇਹ ਸਤਿਗੁਰੂ ਜੀ ਦੇ ਹੁਕਮ ਦੇ ਉਲਟ ਹੈ। ਅੱਜ ਕੱਲ੍ਹ ਆਪਾਂ ਦੇਖਦੇ ਕਿਉਂਕਿ ਭਾਈ ਨੰਤੇ ਤੋਂ ਦਾ ਸੁਭਾਵ ਕੀ ਹੋਇਆ ਤੇ ਮਹਾਰਾਜ ਸਾਹਿਬ ਜੀ ਉਹਨਾਂ ਨੂੰ ਬਖਸ਼ਣਗੇ। ਪਰ ਸਾਧ ਸੰਗਤ ਜਦੋਂ ਕਿ ਵੀ ਜਿਹੜੇ ਦਿਆਲੂ ਕਿਰਪਾਲੂ ਗੁਰਸਿੱਖ ਹਨ ਉਹ ਜਿਵੇਂ ਗਰਮੀ ਦੇ ਮੌਸਮ ਦੇ ਵਿੱਚ ਆਪਣੀਆਂ ਛੱਤਾਂ 'ਤੇ ਵੀ ਪੰਛੀਆਂ ਵਾਸਤੇ ਜਲ ਦਾ ਪ੍ਰਬੰਧ ਕਰਕੇ ਰੱਖਦੇ ਹਨ, ਕੋਈ ਦਾਣਾ ਆਦਿਕ ਪਾਉਣਾ। ਸੋ ਇਸੇ ਤਰ੍ਹਾਂ ਕਈ ਐਸੀ ਬਿਰਤੀ ਦੇ ਹਨ ਵੀ ਉਹ ਸਾਧ ਸੰਗਤ ਜੇ ਕੋਈ ਜਾਨਵਰ ਘਰ ਦੇ ਵਿੱਚ ਆ ਜਾਵੇ ਇੱਦਾਂ ਦੀ ਚੋਟ ਮਾਰਦੇ ਹਨ ਵੀ ਉਹਦੀਆਂ ਲੱਤਾਂ ਭੰਨ ਦੇਣੀਆਂ ਜਾਂ ਉਹਦਾ ਮੂੰਹ ਪਾੜ ਕੇ ਰੱਖ ਦੇਣਾ। ਇਸ ਤਰ੍ਹਾਂ ਜਿਹੜਾ ਹੈ ਇਹ ਪਾਪ ਕਰਨਾ। ਸੋ ਇਹ ਕਥਾ ਤੋਂ ਸਿੱਖਿਆ ਲੈਣੀ ਚਾਹੀਦੀ ਵੀ ਕਿਸੇ ਵੀ ਜੀਅ ਨੂੰ ਦੁੱਖ ਨਹੀਂ ਦੇਣਾ ਚਾਹੀਦਾ ਹੈ। ਇਸ ਕਰਕੇ ਜੇ ਕੁਝ ਦੇਣ ਨਹੀਂ ਜੋਗੇ ਡਰਾ ਕੇ ਭਜਾ ਦੇਵੋ। ਸੋ ਇਸ ਕਰਕੇ ਕਿਸੇ ਦੇ ਐਸੀ ਚੋਟ ਮਾਰਨੀ ਵੀ ਉੱਠ ਹੀ ਨਾ ਸਕੇ, ਰਿੜਕ ਰਿੜਕ ਕੇ ਮਰੇ, ਉਹ ਫਿਰ ਸਾਧ ਸੰਗਤ ਬੜਾ ਵੱਡਾ ਪਾਪ ਹੈ। ਸੋ ਮਹਾਰਾਜ ਜੀ ਦਾ ਭਜਨ ਇਹ ਭਾਈ ਕੁੱਕੋ ਨੇ ਬਾਬਾ ਬਿਧੀ ਚੰਦ ਜੀ ਨੂੰ ਸਾਰਾ ਦੱਸਿਆ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਖਿਆ ਵੀ ਜਿਹਨੇ ਕਾਂ ਨੂੰ ਲੰਗੜਾ ਕੀਤਾ ਨਰਕਾਂ ਨੂੰ ਚਲਿਆ ਜਾਵੇ। ਇਹ ਬਖਸ਼ਾਵਹੁ ਜਤਨ ਉਪਾਏ। ਆਪ ਕਿਰਪਾ ਕਰੋ ਇਹ ਮਹਾਰਾਜ ਜੀ ਦਾ ਜਿਹੜਾ ਐਸਾ ਭਜਨ ਹੋਇਆ ਤੁਸੀਂ ਬਖਸ਼ਾ ਦਿਓ ਸਾਡੀ ਭੁੱਲ ਨੂੰ। ਸ਼ਰਨ ਪਰੇ ਨਹਿ ਅਪਰ ਸਹਾਇਕ। ਅਸੀਂ ਤੁਹਾਡੀ ਸ਼ਰਨ ਦੇ ਵਿੱਚ ਪਏ ਹਾਂ, ਹੋਰ ਕੋਈ ਦੂਜਾ ਸਾਡੀ ਸਹਾਇਤਾ ਕਰਨ ਵਾਲਾ ਨਹੀਂ ਹੈ। ਤੁਮ ਬਿਨ ਹਮਕੋ ਥਾਏ ਨ ਕਾਏ। ਹੈ ਬਾਬਾ ਬਿਧੀ ਚੰਦ ਜੀ ਤੁਹਾਡੇ ਤੋਂ ਬਿਨਾ ਹੋਰ ਕੋਈ ਥਾਂ ਨਹੀਂ, ਹੋਰ ਅਸੀਂ ਕਿੱਥੇ ਜਾਣਾ ਹੈ। ਤੁਹਾਡੇ ਤੋਂ ਵੱਧ ਕੋਈ ਦਿਆਲੂ ਕਿਰਪਾਲੂ ਨਹੀਂ ਹੈ। ਬਿਨੈ ਸੁਣੀ ਕਰੁਣਾ ਕਰ ਵਿਦਿਏ। ਸਾਧ ਸੰਗਤ ਜਦੋਂ ਬੜੇ ਪਿਆਰ ਦੇ ਨਾਲ ਇਦਾਂ ਨਿਮਰਤਾ ਦੇ ਨਾਲ ਭਾਈ ਕੁੱਕੋ ਨੇ ਬੇਨਤੀ ਕੀਤੀ, ਬਾਬਾ ਬਿਧੀ ਚੰਦ ਜੀ ਨੇ ਇਹਨਾਂ ਦੀ ਬੇਨਤੀ ਨੂੰ ਸੁਣ ਕੇ ਕਹਿਓ ਕਿ ਚਿੰਤਾ ਦੇਹੋ ਗਵਾਏ। ਬਾਬਾ ਬਿਧੀ ਚੰਦ ਜੀ ਕਹਿਣ ਲੱਗੇ ਵੀ ਆ ਸਿੱਖਾਂ ਤੋਂ ਚਿੰਤਾ ਛੱਡ ਦੇਣਾ ਕਰ, ਆਪਣੇ ਫਿਕਰ ਬੋਝ ਨੂੰ ਜਿਹੜਾ ਲਾਹ ਦੇਣਾ ਕਰ। ਜਿਉਂ ਕਿਉਂ ਮੈਂ ਬਖਸ਼ਾਵਨ ਕਰ ਹਾਉ। ਧੰਨ ਬਾਬਾ ਬਿਧੀ ਚੰਦ ਜੀ ਕਹਿਣ ਲੱਗੇ ਵੀ ਮੈਂ ਜਿਵੇਂ ਕਿਵੇਂ ਵੀ ਕਰਕੇ ਨਾ ਜੋ ਸਤਿਗੁਰੂ ਜੀ ਦਾ ਬਚਨ ਹੋਇਆ, ਜੋ ਸ਼ਰਾਬ ਮਿਲਿਆ ਮੈਂ ਬਖਸ਼ਾ ਦੇਵਾਂਗਾ। ਸਮਾ ਕਹਿਨ ਕੋ ਜਬ ਬਨ ਜਾਏ। ਕਿਉਂਕਿ ਮਹਾਰਾਜ ਜੀ ਬੜੇ ਦਿਆਲੂ ਕਿਰਪਾਲੂ ਹਨ, ਸਤਿਗੁਰੂ ਜੀ ਜ਼ਰੂਰ ਬਖਸ਼ਣਗੇ। ਪਰ ਜਦੋਂ ਸਮਾਂ ਬਣਿਆ ਵੇਖ ਕੇ ਕਿ ਮਹਾਰਾਜ ਜੀ ਜਦੋਂ ਕਿਰਪਾ ਦੇ ਘਰ ਵਿੱਚ ਆਏ ਹੋਣਗੇ, ਜਦੋਂ ਸਤਿਗੁਰੂ ਜੀ ਪ੍ਰਸੰਨ ਹੋਣਗੇ, ਮੈਂ ਬੇਨਤੀ ਕਰਕੇ ਤੁਹਾਡੇ ਇਹ ਜਿਹੜਾ ਭਜਨ ਮਹਾਰਾਜ ਜੀ ਦਾ ਹੋਇਆ ਸਰਾਪ ਵਾਲਾ ਇਹ ਬਖਸ਼ਾ ਦੇਵਾਂਗਾ। ਏਮ ਕਹਿ ਗੁਰੂ ਸਮੀਪ ਤਬ ਗਮਨਿਓ। ਇਸ ਤਰ੍ਹਾਂ ਸਾਧ ਸੰਗਤ ਕਹਿ ਕਰਕੇ ਨਾ ਬਾਬਾ ਬਿਧੀ ਚੰਦ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਵੱਲ ਗਏ ਹਨ। ਸੂਤ ਪਿਤ ਸੁਨਤ ਰਹੇ ਹਰ ਖਾਏ। ਇਹ ਪਿਤਾ ਪੁੱਤਰ ਭਾਈ ਕੁੱਕੋ ਤੇ ਇਹਨਾਂ ਦਾ ਪੁੱਤਰ ਭਾਈ ਅਨੰਤਾ, ਜਿਹਦੇ ਤੋਂ ਸਾਧ ਸੰਗਤ ਤੇ ਗੁਨਾਹ ਹੋ ਗਿਆ ਅਣਜਾਣੇ ਵਿੱਚ ਹੀ।
ਇਹ ਦੋਨੇ ਪਿਤਾ ਪੁੱਤਰ ਬੜੇ ਖੁਸ਼ ਹੋ ਰਹੇ ਵੀ ਜੇ ਬਾਬਾ ਬਿਧੀ ਚੰਦ ਜੀ ਨੇ ਕਹਿ ਦਿੱਤਾ ਹੈ ਉਹ ਸਾਡੀ ਭੁੱਲ ਨੂੰ ਜ਼ਰੂਰ ਬਖਸ਼ਾ ਦੇਣਗੇ। ਸਤਿਗੁਰ ਚੜੇ ਅਖੇਰ ਕਰਨ ਕੋ। ਇਧਰ ਛੇਵੇਂ ਪਾਤਸ਼ਾਹ ਦਿਆਲੂ ਕਿਰਪਾਲੂ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਸ਼ਿਕਾਰ ਖੇਡਣ ਚੜੇ ਹਨ। ਚਲਿਓ ਸੰਗ ਹਾਏ ਜੀ ਨ ਪਵਾਏ। ਸੋ ਸਾਧ ਸੰਗਤ ਮਹਾਰਾਜ ਜੀ ਵੀ ਆਪਣੇ ਘੋੜੇ ਤੇ ਤਿਆਰ ਬਰ ਤਿਆਰ ਹੋ ਕੇ ਮੀਰੀ ਪੀਰੀ ਦੀਆਂ ਗਾਤਰੇ ਦੋ ਤੇਗਾਂ ਧਾਰਨ ਕਰਕੇ ਸਤਿਗੁਰੂ ਜੀ ਚੜੇ। ਬਾਬਾ ਬਿਧੀ ਚੰਦ ਜੀ ਵੀ ਤਿਆਰ ਬਰ ਤਿਆਰ ਹੋ ਕੇ ਆਪਣੇ ਘੋੜੇ ਤੇ ਕਾਠੀ ਪਵਾ ਕੇ ਨਾਲ ਚੜੇ ਹਨ। ਬਹਿਰੀ ਬਾਜ ਕੁਹੀ ਬਹੁ ਸ਼ਿਕਰੇ। ਇਹ ਸਾਧ ਸੰਗਤ ਜਿਹੜੀਆਂ ਬਾਜਾਂ ਦੀਆਂ ਕਿਸਮਾਂ ਹਨ, ਬਾਜ, ਬਹਿਰੀ, ਕੋਹੀ, ਸ਼ਿਕਰੇ ਆਦਿਕ ਜਿਹੜੇ ਸ਼ਿਕਾਰੀ ਪੰਛੀ ਹਨ। ਚੀਤੇ ਬਲੀ ਸਮਾਨ ਸਮੁਦਾਏ। ਫਿਰ ਸ਼ਿਕਾਰ ਖੇਡਣ ਵਾਸਤੇ ਚੀਤੇ ਸਵਾਨ ਜਿਹੜੇ ਸ਼ਿਕਾਰੀ ਕੁੱਤੇ ਹਨ ਇਹ ਸਾਰੇ ਨਾਲ ਲਏ ਹਨ। ਬਨ ਵਿਚਰਤ ਬਨ ਜੀਵਨ ਕਹਾਵਤ। ਇਸ ਤਰ੍ਹਾਂ ਸਤਿਗੁਰੂ ਜੀ ਸ਼ਿਕਾਰ ਦੀ ਲੀਲਾ ਕਰਦਿਆਂ ਜੰਗਲ ਦੇ ਵਿੱਚ ਵਿਚਰਨ ਲੱਗੇ ਹਨ। ਕਰੇ ਮੁਕਤ ਜੇ ਨਿਜ ਕਰ ਘਾਏ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਹੱਥਾਂ ਦੇ ਨਾਲ ਵਾਰ ਚਲਾ ਕੇ ਜਿਸ ਵੀ ਜੀਵ ਨੂੰ ਇਹ ਖਤਮ ਕਰਦੇ, ਵਾਰ ਮਾਰਦੇ, ਉਹਦੀ ਮੁਕਤੀ ਕਰ ਦਿੰਦੇ ਹਨ, ਉਹਦਾ ਭਲਾ ਕਰ ਦਿੰਦੇ ਹਨ। ਇਸ ਤਰ੍ਹਾਂ ਕਰੇ ਮੁਕਤ ਜੇ ਨਿਜ ਕਰ ਘਾਏ, ਆਪਣੇ ਹੱਥਾਂ ਦੇ ਨਾਲ ਜਿਹਨੂੰ ਮਾਰਦੇ ਹਨ ਉਹਨੂੰ ਸਤਿਗੁਰੂ ਜੀ ਮੁਕਤ ਕਰ ਦਿੰਦੇ ਹਨ। ਹਟ ਕਰ ਟਿਕੇ ਆਨ ਕਰ ਸਤਿਗੁਰ। ਇਹਨਾਂ ਸ਼ਿਕਾਰ ਦੀ ਲੀਲਾ ਕਰਨ ਤੋਂ ਬਾਅਦ ਜਦੋਂ ਸਤਿਗੁਰੂ ਜੀ ਕੁਝ ਸਮਾਂ ਜੰਗਲ ਦੇ ਵਿੱਚ ਵਿਚਰਦੇ ਰਹੇ, ਫਿਰ ਜਦੋਂ ਮਹਾਰਾਜ ਜੀ ਵਾਪਸ ਆਣ ਕੇ ਆਰਾਮ ਕਰਨ ਲੱਗੇ ਸੁੱਖ ਲੈਣ ਵਾਸਤੇ, ਇੱਕ ਜਗ੍ਹਾ ਤੇ ਸਤਿਗੁਰਾਂ ਨੇ ਆਣ ਕੇ ਉਤਾਰਾ ਕੀਤਾ ਹੈ। ਛੋਟੇ ਮੀਰ ਗ੍ਰਾਮ ਨਿਕਟਾਏ। ਇੱਥੇ ਨੇੜੇ ਛੋਟੇ ਮੀਰ ਨਗਰ ਹੈ। ਇਸ ਨਗਰ ਦੇ ਬਾਰ-ਬਾਰ ਸਤਿਗੁਰੂ ਜੀ ਆਣ ਕੇ ਬਿਰਾਜੇ ਹਨ। ਬਿਧੀ ਚੰਦ ਅਵਕਾਸ਼ ਬਿਲੋਕਿਓ। ਇਹ ਸਾਧ ਸੰਗਤ ਪੈਂਦੇ ਖਾਂ ਦਾ ਹੀ ਪਿੰਡ ਹੈ ਛੋਟੇ ਮੀਰ। ਪੈਂਦੇ ਖਾਂ ਜਿਹੜਾ ਨਮਕ ਹਰਾਮੀ ਹੋ ਚੁੱਕਾ ਹੈ ਅਤੇ 70,000 ਤੋਂ ਵੱਧ ਫੌਜ ਛੇਵੇਂ ਪਾਤਸ਼ਾਹ ਜੀ ਤੇ ਚੜਾ ਕੇ ਲੈ ਕੇ ਆ ਰਿਹਾ ਹੈ। ਇਹ ਫੌਜ ਵੀ ਜਲੰਧਰ ਦੇ ਨੇੜੇ ਪਹੁੰਚ ਚੁੱਕੀ ਹੈ। ਇਹ ਛੋਟੇ ਮੀਰ ਪੈਂਦੇ ਖਾਂ ਦੇ ਨਗਰ ਦੇ ਬਾਰ-ਬਾਰ ਜਦੋਂ ਆਣ ਕੇ ਮਹਾਰਾਜ ਜੀ ਟਿਕੇ, ਉਸ ਵਕਤ ਬਾਬਾ ਬਿਧੀ ਚੰਦ ਜੀ ਨੇ ਮੌਕਾ ਵੇਖਿਆ ਵੀ ਜਿਹੜਾ ਸਿੱਖਾਂ ਨੇ ਮੈਨੂੰ ਬੇਨਤੀ ਕੀਤੀ ਨਾ, ਵੀ ਸਿੱਖ ਨੇ ਵੀ ਜੋ ਸਤਿਗੁਰੂ ਜੀ ਦੇ ਬਚਨ ਹੋਏ ਹਨ ਵੀ ਜਿਹਨੇ ਕਾਂ ਨੂੰ ਲੰਗੜਾ ਕੀਤਾ ਉਹ ਨਰਕਾਂ ਨੂੰ ਜਾਵੇਗਾ, ਤੇ ਇਹ ਅਵੱਗਿਆ, ਇਹ ਗੁਨਾਹ ਬਖਸ਼ਾਉਣਾ ਚਾਹੀਦਾ ਹੈ। ਇਹ ਮੌਕਾ ਬਾਬਾ ਬਿਧੀ ਚੰਦ ਜੀ ਨੇ ਜਦੋਂ ਦੇਖਿਆ ਹੈ, ਸਿੱਖ ਸੁਤ ਕੀ ਸਭ ਗਾਥ ਸੁਣਾਏ। ਉਸ ਵਕਤ ਸਿੱਖ ਦੇ ਪੁੱਤਰ ਦੀ, ਭਾਈ ਕੁਕੋ ਦੇ ਪੁੱਤਰ ਭਾਈ ਨੰਤੇ ਦੀ ਸਾਰੀ ਜਿਹੜੀ ਵਾਰਤਾ ਹੈ ਉਹ ਬਾਬਾ ਬਿਧੀ ਚੰਦ ਜੀ ਨੇ ਸਤਿਗੁਰਾਂ ਨੂੰ ਸੁਣਾਈ ਵੀ ਮਹਾਰਾਜ ਅਣਜਾਣੇ ਦੇ ਵਿੱਚ ਉਹਨਾਂ ਦੇ ਕੋਲੋਂ ਇਹ ਵਗਿਆ ਹੋਈ ਗੁਨਾਹ ਹੋਇਆ ਤੇ ਤੁਸੀਂ ਕਿਰਪਾ ਕਰੋ, ਕਿਉਂਕਿ ਤੁਹਾਡੀ ਰਸਨਾ ਤੋਂ ਜਿਹੜਾ ਬਚਨ ਹੋ ਗਿਆ ਵੀ ਇਹ ਨਰਕਾਂ ਨੂੰ ਜਾਵੇਗਾ। ਉਹ ਮਹਾਰਾਜ ਬਚਨ ਸੁਣ ਕੇ ਸਿੱਖ ਜਿਹੜੇ ਪਿਓ ਪੁੱਤ ਹਨ ਉਹ ਬੜੀ ਚਿੰਤਾ ਕਰ ਰਹੇ ਹਨ। ਤੁਸੀਂ ਕਿਰਪਾ ਕਰਕੇ ਸਰਾਫ ਨੂੰ ਬਖਸ਼ ਦਿਓ। ਇਹ ਸਾਰੀ ਵਾਰਤਾ ਬੇਨਤੀ ਬਾਬਾ ਬਿਧੀ ਚੰਦ ਜੀ ਨੇ ਜਦੋਂ ਕੀਤੀ ਹੈ। ਦੇਹੋ ਰਸਾਤਲ ਮੋਹਿ ਪ੍ਰਭੂ ਅਬ। ਅਤੇ ਬਾਬਾ ਬਿਧੀ ਚੰਦ ਜੀ ਕਹਿਣ ਲੱਗੇ ਮਹਾਰਾਜ ਕਿਰਪਾ ਕਰੋ, ਕਿਉਂਕਿ ਜਿਹੜਾ ਤੁਹਾਡਾ ਬਚਨ ਹੈ ਸੱਚੇ ਪਾਤਸ਼ਾਹ ਉਹ ਮੈਨੂੰ ਬਖਸ਼ ਦਿਓ ਵੀ ਮੈਂ ਨਰਕਾਂ ਨੂੰ ਚਰਿਆ ਜਾਵਾਂ। ਕਿਰਪਾ ਕਰੋ ਸਤਿਗੁਰੂ ਜੀ, ਮੈਨੂੰ ਨਰਕ ਬਖਸ਼ ਦਿਓ, ਪਰ ਸਿੱਖ ਦੇ ਪੁੱਤਰ ਨੂੰ ਬਖਸ਼ ਲਓ ਦੀ। ਸਿਸ ਅਪਰਾਧ ਸਿਮਹੁ ਸੁਖਦਾਏ। ਉਸ ਸਿੱਖ ਦੇ ਬੱਚੇ ਨੂੰ ਆਪਣਾ ਸੇਵਕ ਜਾਣ ਕੇ, ਸਿੱਖ ਜਾਣ ਕੇ ਸਤਿਗੁਰੂ ਉਹਨਾਂ ਦਾ ਅਪਰਾਧ, ਉਹਨਾਂ ਦਾ ਗੁਨਾਹ ਬਖਸ਼ ਦਿਓ ਦੀ। ਕਹਿਓ ਗੁਰੂ ਸਿਸ ਕੋ ਨਾ ਰਸਾਤਲ। ਜਦੋਂ ਬਾਬਾ ਬਿਧੀ ਚੰਦ ਜੀ ਨੇ ਆਖਿਆ ਨਾ ਕਿ ਮਹਾਰਾਜ ਕਿਰਪਾ ਕਰੋ ਮੈਨੂੰ ਨਰਕ ਦੇ ਦਿਓ, ਇਹ ਪਰਉਪਕਾਰੀ ਸਾਧ ਸੰਗਤ ਧੰਨ ਬਾਬਾ ਬਿਧੀ ਚੰਦ ਜੀ ਨੇ ਜਦੋਂ ਇੱਦਾਂ ਬੇਨਤੀ ਕੀਤੀ ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ ਕਹਿਓ ਗੁਰੂ ਸਿਸ ਕੋ ਨਾ ਰਸਾਤਲ। ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ ਸਾਡੇ ਸਿੱਖ ਕਿਉਂ ਨਰਕਾਂ ਨੂੰ ਜਾਣ। ਮਹਾਰਾਜ ਜੀ ਕਹਿੰਦੇ ਕਿਉਂ ਸਾਡਾ ਸਿੱਖ ਕੋਈ ਨਰਕਾਂ ਨੂੰ ਜਾਵੇ। ਤੂੰ ਮਮ ਪ੍ਰੇਹ ਆਨੰਦ ਵਿਸਾਲ। ਮਹਾਰਾਜ ਜੀ ਕਹਿੰਦੇ ਬਾਬਾ ਬਿਧੀ ਚੰਦ ਜੀ ਤੁਸੀਂ ਬੜੇ ਮੇਰੇ ਪਿਆਰੇ ਸਿੱਖ ਹੋ, ਇਸੇ ਕਰਕੇ ਆਖਿਆ ਸੀ ਨਾ ਕਿ
ਵਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ, ਵੀ ਤੁਸੀਂ ਬੜੇ ਪਿਆਰ ਵਾਲੇ ਸਾਡੇ ਮਹਾਨ ਸਿੱਖ ਹੋ। ਛੋਟਾ ਮੀਰ ਰਸਾਤਲ ਪਹੁੰਚੈ। ਮਹਾਰਾਜ ਜੀ ਕਹਿੰਦੇ ਵੀ ਗੁਰੂ ਇੱਕ ਪਿਤਾ ਦੀ ਤਰ੍ਹਾਂ ਹੈ, ਤੇ ਪਿਤਾ ਕਈ ਵਾਰ ਪੁੱਤਰ ਨੂੰ ਝਿੜਕਦਿਆਂ ਕਹਿ ਦਿੰਦਾ ਨਾ ਵੀ ਜਾ ਫਿਰ, ਇਸ ਕਰਕੇ ਪਿਤਾ ਦਾ ਸ਼ਰਾਫ ਨਹੀਂ ਲੱਗਦਾ ਪੁੱਤਰ ਨੂੰ। ਕਿਉਂ? ਮਹਾਰਾਜ ਕਹਿੰਦੇ ਸਾਡੇ ਸਿੱਖ ਨਰਕਾਂ ਨੂੰ ਜਾਣ। ਸੱਚੇ ਪਾਤਸ਼ਾਹ ਕਹਿੰਦੇ ਨਾ ਤੁਸੀਂ ਨਰਕਾਂ ਨੂੰ ਜਾਓਗੇ ਬਾਬਾ ਵਿਧੀ ਚੰਦ, ਨਾ ਉਹ ਸਿੱਖ ਜਾਵੇਗਾ ਜਿਹਨੇ ਗੁਨਾਹ ਕੀਤਾ ਜਾਣੇ ਅਣਜਾਣੇ ਵਿੱਚ। ਚਲੋ ਪਰ ਛੋਟਾ ਮੀਰ ਨਗਰ ਦਿਸ ਰਿਹਾ ਨਾ ਸਾਹਮਣੇ, ਇਹ ਜਿਹੜਾ ਛੋਟਾ ਮੀਰ ਪਿੰਡ ਹੈ, ਛੋਟਾ ਮੀਰ ਰਸਾਤਲ ਪਹੁੰਚੈ। ਇਹ ਸਾਰੇ ਦਾ ਸਾਰਾ ਪਿੰਡ ਰਸਾਤਲ ਨਰਕਾਂ ਨੂੰ ਚਲਿਆ ਜਾਵੇਗਾ। ਜਹਾਂ ਬਸੇ ਨਰ ਕੁਟਿਲ ਕੁਚਾਲ। ਜਿੱਥੇ ਬੜੇ ਛਲ ਕਪਟ ਕਰਨ ਵਾਲੇ, ਖੋਟੀ ਚਾਲ ਚੱਲਣ ਵਾਲੇ, ਭੈੜੇ ਮੰਦੀ ਮੱਤ ਵਾਲੇ ਲੋਕ ਰਹਿੰਦੇ ਹਨ। ਇਹ ਛੋਟੇ ਮੀਰ ਜਿਹੜਾ ਖਾਨਾਂ ਦਾ ਪਿੰਡ ਹੈ, ਵੀ ਇਹ ਪੈਂਦੇ ਖਾਂ ਨੂੰ ਆਪਣੇ ਹੱਥੀ ਮਹਾਰਾਜ ਜੀ ਨੇ ਪਾਲਿਆ, ਉਹ ਨਮਕ ਹਰਾਮ ਬਣ ਗਿਆ। ਮਹਾਰਾਜ ਕਹਿੰਦੇ ਪਿੰਡ ਦੇ ਲੋਕ ਨਰਕਾਂ ਵਿੱਚ ਪੈਣ ਜਾ ਕੇ। ਏਮ ਕਹਿ ਸਿੱਖ ਸੁਤ ਬਖਸ਼ਨ ਕੀਨਸ। ਇਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਹਿੰਦਿਆਂ ਹੋਇਆਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹ ਸਿੱਖ ਦੇ ਪੁੱਤਰ ਨੂੰ, ਭਾਈ ਕੁੱਕੋ ਜੀ ਦਾ ਸਪੁੱਤਰ ਜਿਹੜਾ ਨੰਤਾ ਸੀ, ਉਹਦੇ ਗੁਨਾਹ ਨੂੰ ਬਖਸ਼ ਦਿੱਤਾ ਹੈ। ਸੋ ਸਾਧ ਸੰਗਤ ਜਾਣੇ ਅਣਜਾਣੇ ਵਿੱਚ ਉਹਨਾਂ ਦੇ ਕੋਲੋਂ ਇਹ ਗੁਨਾਹ ਹੋ ਗਿਆ। ਪਰ ਜਿਵੇਂ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਕਿਸੇ ਜੀਵ ਜੰਤੂ ਨੂੰ ਵੀ ਇਹ ਦੁੱਖ ਨਹੀਂ ਦੇਣਾ ਚਾਹੀਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਅੰਦਰ ਵੀ ਆਖਿਆ ਨਾ, ਦੁੱਖ ਨਾ ਦੇ ਕਿਸੇ ਜੀ। ਸੋ ਕਿਸੇ ਦਾ ਦਿਲ ਨਹੀਂ ਦਿਖਾਉਣਾ ਚਾਹੀਦਾ, ਕਿਸੇ ਨੂੰ ਵੀ ਜਿਹੜਾ ਹੈ ਉਹ ਇਸ ਤਰ੍ਹਾਂ ਇਹ ਦੁੱਖ ਨਹੀਂ ਪਹੁੰਚਾਉਣਾ ਚਾਹੀਦਾ ਹੈ। ਸੋ ਸਾਧ ਸੰਗਤ, ਸੋ ਜਿੰਨੀ ਹੋ ਸਕੇ ਵੀ ਗੁਰਸਿੱਖ ਨੇ ਚੰਗਿਆਈ ਕਰਨੀ, ਨੇਕੀ ਕਰਨੀ, ਭਲਾ ਕਰਨਾ ਹੈ। ਸੋ ਸੇਵਾ ਕਰਨੀ ਹੈ, ਪਰਉਪਕਾਰੀ ਸੁਭਾਅ ਰੱਖਣਾ। ਸੋ ਇਹ ਗੁਰਸਿੱਖਾਂ ਦਾ ਸੁਭਾਅ ਹੈ ਵੀ ਗੁਰੂ ਕੇ ਪਿਆਰਿਆਂ ਦਾ। ਸੋ ਮਹਾਰਾਜ ਜੀ ਨੇ ਫਿਰ ਇੱਦਾਂ ਭਾਈ ਕੁੱਕੋ ਦਾ ਸਪੁੱਤਰ ਜੋ ਨੰਤਾ ਸੀ, ਉਹਦੀ ਗੁਨਾਹ ਨੂੰ, ਅੱਗਿਆਂ ਨੂੰ ਬਖਸ਼ ਕੇ ਇਹ ਸ਼ਰਾਪ ਮਹਾਰਾਜ ਜੀ ਨੇ ਜਿਹੜਾ ਸੀ ਮੁਕਤ ਕੀਤਾ ਹੈ। ਭਇਓ ਗ੍ਰਾਮ ਕੋ ਸ਼ਰਾਪ ਕੁਚਾਲ। ਕਹਿਣ ਲੱਗੇ ਇਦਾਂ ਛੋਟੇ ਮੀਰ ਨਗਰ ਨੂੰ ਫਿਰ ਮਹਾਰਾਜ ਜੀ ਦਾ ਬਚਨ ਹੋ ਗਿਆ ਵੀ ਇਹ ਨਰਕਾਂ ਨੂੰ ਜਾਣ। ਚੜ ਆਏ ਕਰਤਾਰਪੁਰੇ ਪੁੰਨ। ਇਹਦਾ ਸ਼ਿਕਾਰ ਖੇਡਣ ਤੋਂ ਬਾਅਦ ਕੁਝ ਸਮਾਂ ਰਸਤੇ ਵਿੱਚ ਆਰਾਮ ਕਰਨ ਤੋਂ ਬਾਅਦ ਫਿਰ ਸਤਿਗੁਰੂ ਜੀ ਕਰਤਾਰਪੁਰ ਸਾਹਿਬ ਜੀ ਦੀ ਧਰਤੀ ਤੇ ਆਣ ਕੇ ਪਹੁੰਚੇ ਹਨ। ਬੈਠੇ ਸੰਧਿਆ ਸਮੈ ਕਿਰਪਾਲ। ਸੰਧਿਆ ਦਾ ਸਮਾਂ ਹੋਇਆ, ਸੰਧਿਆ ਦੇ ਸਮੇਂ ਸਤਿਗੁਰੂ ਜੀ ਬੈਠੇ ਹਨ। ਵਿਧੀ ਚੰਦ ਸੋ ਪਿਤ ਸੁਤ ਦੋਨੋ। ਸੋ ਕਹਿਣ ਲੱਗੇ ਉਸ ਵਕਤ ਜਿਹੜੇ ਦੋਨੇ ਪਿਓ ਪੁੱਤਰ ਸਨ, ਇਹ ਬਾਬਾ ਵਿਧੀ ਚੰਦ ਜੀ ਦੇ ਕੋਲ ਚੱਲ ਕੇ ਆਏ ਹਨ। ਆਏ ਬੰਦਨਾ ਪਦ ਕਰ ਕੀਨ। ਆਣ ਕਰਕੇ ਨਾ ਬੜੀ ਖੁਸ਼ੀ ਦੇ ਨਾਲ ਵੀ ਧੰਨ ਬਾਬਾ ਵਿਧੀ ਚੰਦ ਜੀ, ਧੰਨ ਤੁਹਾਡਾ ਸੁਭਾਅ, ਤੁਸੀਂ ਬੜਾ ਪਰਉਪਕਾਰ ਕੀਤਾ ਹੈ ਵੀ ਸਾਡਾ ਸਰਾਫ ਬਖਸ਼ਾ ਦਿੱਤਾ। ਸੋ ਬਾਬਾ ਵਿਧੀ ਚੰਦ ਜੀ ਦਾ ਬੜਾ ਸ਼ੁਕਰ ਕਰਦੇ, ਬਾਬਾ ਵਿਧੀ ਚੰਦ ਜੀ ਦੇ ਚਰਨਾਂ ਤੇ ਝੁਕਦੇ ਹਨ। ਦਇਆ ਸਿੰਧ ਚਰਨਾਮ੍ਰਿਤ ਦੀਨੋ। ਇਦਾਂ ਬਾਬਾ ਵਿਧੀ ਚੰਦ ਜੀ ਇਹਨਾਂ ਨੂੰ ਨਾਲ ਲੈ ਕੇ ਫਿਰ ਛੇਵੇਂ ਪਾਤਸ਼ਾਹ ਜੀ ਦੇ ਅੱਗੇ ਬੇਨਤੀ ਕਰਨ ਲੱਗੇ ਹਨ। ਗੁਰੂ ਦਇਆ ਸਿੰਧ, ਦਇਆ ਦੇ ਸਮੁੰਦਰ ਸਾਗਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਇਹਨਾਂ ਦੋਨਾਂ ਨੂੰ ਆਪਣੇ ਚਰਨਾਂ ਦਾ ਅੰਮ੍ਰਿਤ ਦੇ ਕੇ ਗੁਰਸਿੱਖਾਂ ਵਿੱਚ ਸ਼ਾਮਲ ਕੀਤਾ ਵੀ ਤੁਸੀਂ ਹੁਣ ਸਦਾ ਚੜ੍ਹਦੀ ਕਲਾ ਦੇ ਵਿੱਚ ਰਹੋਗੇ, ਗੁਰੂ ਸਦਾ ਤੁਹਾਡੇ ਅੰਗ ਸੰਗ ਰਹੇਗਾ। ਸਿੱਖ ਸੁਤ ਪਾਨ ਕਰਿਓ ਦੁਖਹੀਨ। ਇਹਨਾਂ ਸਿੱਖ ਸਾਧ ਸੰਗਤ ਜਿਹੜੇ ਪਿਓ ਪੁੱਤਰ ਹਨ ਦੋਨੇ ਜਾਣੇ, ਇਹਨਾਂ ਨੇ ਗੁਰੂ ਕੇ ਚਰਨਾਂ ਦਾ ਅੰਮ੍ਰਿਤ ਪਾਨ ਕੀਤਾ ਹੈ ਅਤੇ ਸਾਰੇ ਦੁੱਖਾਂ ਤੋਂ ਨਿਵਰਤ ਹੋ ਗਏ ਹਨ। ਤਨ ਮਨ ਸੰਕਟ ਸਕਲ ਨਾਸ਼ ਕਰ। ਸੋ ਕਹਿਣ ਲੱਗੇ ਵੀ ਤਨ ਮਨ ਦਾ ਜਿਹੜਾ ਸੰਕਟ ਸੀ, ਕਿਉਂਕਿ ਚਿੰਤਾ ਬੜੀ ਅੰਦਰ ਨੂੰ ਖਾ ਰਹੀ ਸੀ ਵੀ ਸਤਿਗੁਰੂ ਜੀ ਦਾ ਐਸਾ ਵਚਨ ਹੋ ਗਿਆ ਹੈ। ਸੋ ਸਾਧ ਸੰਗਤ, ਜਦੋਂ ਮਹਾਰਾਜ ਜੀ ਨੇ ਇਹਨਾਂ ਨੂੰ ਬਖਸ਼ ਦਿੱਤਾ, ਛੇਵੇਂ ਪਾਤਸ਼ਾਹ ਜੀ ਨੇ ਆਪਣੇ ਚਰਨਾਂ ਦਾ ਅੰਮ੍ਰਿਤ ਦਿੱਤਾ ਹੈ, ਇਹ ਫਿਰ ਬੜੀ ਪ੍ਰਸੰਨਤਾ ਵਿੱਚ ਰਹਿਣ ਲੱਗੇ, ਗੁਰੂ ਕਾ ਸ਼ੁਕਰ ਕਰਨ ਲੱਗੇ।
ਸਾਰਾ ਤਨ ਮਨ ਦਾ ਜਿਹੜਾ ਦੁੱਖ ਸੀ ਨਾ ਇਹਨਾਂ ਦਾ ਨਿਵਰਤ ਹੋ ਗਿਆ ਹੈ। ਪ੍ਰਥਮ ਸਮਾਨ ਪਇਓ ਪਾਲ ਪੀਨ। ਤੇ ਭਾਈ ਅਨੰਤੇ ਦਾ ਪਹਿਲਾਂ ਦੀ ਤਰ੍ਹਾਂ ਸਰੀਰ ਹੋ ਗਿਆ ਵੀ ਜਿਵੇਂ ਪਹਿਲਾਂ ਰਿਸ਼ਟ ਪੁਸ਼ਟ ਸੀ, ਬੜਾ ਤੰਦਰੁਸਤ ਸਰੀਰ ਸੀ, ਇਸੇ ਤਰ੍ਹਾਂ ਚਿੰਤਾ ਕਰਕੇ ਸਰੀਰ ਬੜਾ ਦੁਰਬਲ ਹੋ ਗਿਆ, ਲਿੱਸਾ ਹੋ ਗਿਆ ਸੀ। ਕਹਿੰਦੇ ਪਹਿਲਾਂ ਦੀ ਤਰ੍ਹਾਂ ਸਰੀਰ ਬੜਾ ਬਲ ਵਾਲਾ ਤੰਦਰੁਸਤ ਹੋਇਆ ਹੈ। ਏਮ ਸਤਿਗੁਰ ਕੁਛ ਦਿਵਸ ਬਿਤਾਏ। ਇਦਾਂ ਫਿਰ ਸਤਿਗੁਰੂ ਜੀਆਂ ਨੇ ਕੌਤਕ ਕਰਦਿਆਂ ਦਰਸ਼ਨ ਦਿੰਦਿਆਂ ਕਰਤਾਰਪੁਰ ਸਾਹਿਬ ਜੀ ਦੀ ਧਰਤੀ ਤੇ ਕੁਝ ਹੋਰ ਦਿਨ ਦਾ ਸਮਾਂ ਬਤੀਤ ਕੀਤਾ ਹੈ। ਸਦਾ ਸਹਾਈ ਸਿੱਖਿਆਨ ਦੀਨ। ਜਿਹੜੇ ਸਤਿਗੁਰੂ ਜੀ ਸਦਾ ਹੀ ਆਪਣੇ ਸਿੱਖਾਂ ਦੀ ਸਹਾਇਤਾ ਕਰਨ ਵਾਲੇ ਹਨ, ਸਦਾ ਹੀ ਸਿੱਖਾਂ ਨੂੰ ਸੁੱਖ ਦੇਣ ਵਾਲੇ ਹਨ। ਮਾਸ ਅਸਾੜ ਪ੍ਰਵਿਰਤਿਓ ਜਗ ਮੈਂ ਹੈ। ਹੁਣ ਸਾਧ ਸੰਗਤ ਅਸਾੜ ਕਹਿੰਦੇ ਵੀ ਹਾੜ ਦਾ ਮਹੀਨਾ ਜਿਹੜਾ ਹੈ ਉਹ ਆਰੰਭ ਹੋ ਰਿਹਾ ਹੈ। ਹਾੜ ਦਾ ਮਹੀਨਾ ਚੜ੍ਹਿਆ, ਜਗਤ ਸੰਸਾਰ ਦੇ ਵਿੱਚ ਹਾੜ ਦੀ ਜਿਹੜੀ ਇਹ ਰੁੱਤ ਆਈ ਹੈ। ਇੱਕ ਦਿਨ ਸ਼੍ਰੀ ਪ੍ਰਭ ਚੜੇ ਸ਼ਿਕਾਰ। ਇੱਕ ਦਿਨ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਿਕਾਰ ਖੇਡਣ ਵਾਸਤੇ ਚੜੇ ਹਨ। ਬਰਨ ਸੁਫੈਦ ਤੁਰੰਗਮ ਕੋ ਸ਼ੁਭ। ਸੱਚੇ ਪਾਤਸ਼ਾਹ ਜੀ ਦਾ ਸਫੈਦ ਰੰਗ ਦਾ, ਚਿੱਟੇ ਰੰਗ ਦਾ ਮਹਾਰਾਜ ਜੀ ਦਾ ਘੋੜਾ ਹੈ। ਜਿਮਰਵ ਬਾਹਨ ਸੁਬਤ ਉਦਾਰ। ਜਿਵੇਂ ਸਾਧ ਸੰਗਤ ਸੂਰਜ ਦੇ ਰੱਥ ਦੇ ਅੱਗੇ ਸਫੈਦ ਰੰਗ ਦੇ ਘੋੜੇ ਜੁੜਦੇ ਹਨ, ਚਿੱਟੇ ਰੰਗ ਦੇ, ਇਹ ਦੁੱਧ ਚਿੱਟੇ ਰੰਗ ਦੇ ਘੋੜੇ ਦੇ ਉੱਪਰ ਛੇਵੇਂ ਪਾਤਸ਼ਾਹ ਜੀ ਸਵਾਰੀ ਕਰ ਰਹੇ ਹਨ। ਜਾਮਾ ਗਰ ਅਬਿਰਾਮ ਚੀਨ ਬਹੁ। ਅਤੇ ਚਿੱਟੇ ਰੰਗ ਦਾ ਹੀ ਸੂਖਮ ਜਾਮਾ, ਚਿੱਟਾ ਪੋਸ਼ਾਕਾ ਮਹਾਰਾਜ ਜੀ ਦੇ ਗਲ ਦੇ ਵਿੱਚ ਸ਼ੋਭਾ ਪਾ ਰਿਹਾ ਹੈ। ਸੂਖਮ ਸੂਤ ਦਿਪਹਿ ਤਨ ਚਾਰ। ਕਿਉਂਕਿ ਹਾੜ ਦਾ ਮਹੀਨਾ ਗਰਮੀ ਦੀ ਰੁੱਤ ਹੈ, ਇਹ ਸੂਖਮ ਜਾਮਾ ਬੜਾ ਬਰੀਕ ਧਾਗਿਆਂ ਤੋਂ ਤਿਆਰ ਕੀਤਾ ਹੋਇਆ, ਜਿਸ ਪੋਸ਼ਾਕੇ ਦੇ ਵਿੱਚੋਂ ਮਹਾਰਾਜ ਜੀ ਦਾ ਸੁੰਦਰ ਇਹ ਬਲੀ ਸਰੀਰ ਦਰਸ਼ਨ ਦੇ ਰਿਹਾ। ਐਸਾ ਬੜਾ ਬਰੀਕ ਸੂਖਮ ਜਾਮਾ ਇਹ ਪੋਸ਼ਾਕਾ, ਦੁੱਧ ਚਿੱਟੇ ਰੰਗ ਵਾਲਾ ਜਿਹੜਾ ਪੋਸ਼ਾਕਾ ਮਹਾਰਾਜ ਜੀ ਨੇ ਗਲੇ ਪਹਿਨਿਆ ਹੈ। ਸ਼ਿਰ ਉਸ਼ਨੀਕ ਨੀਕ ਬਿਦ ਬੰਦਨ। ਅਤੇ ਬਹੁਤ ਸੁੰਦਰ ਦਸਤਾਰਾ ਮਹਾਰਾਜ ਜੀ ਨੇ ਆਪਣੇ ਸੀਸ ਤੇ ਸਜਾਇਆ ਹੈ। ਹੀਰੇ ਸਵੇਤ ਜਿਗਾ ਦੁਦਕਾਰ। ਉੱਪਰ ਮਹਾਰਾਜ ਜੀ ਨੇ ਜਿਗਾ ਸਜਾਈ, ਫਿਰ ਸਤਿਗੁਰੂ ਜੀ ਨੇ ਕਲਗੀ ਸਜਾਈ, ਕਲਗੀ ਦੇ ਵਿੱਚ ਹੀਰਾ ਸ਼ੋਭਾ ਪਾ ਰਿਹਾ ਹੈ। ਇਹਦਾ ਛੇਵੇਂ ਪਾਤਸ਼ਾਹ ਮਹਾਰਾਜ ਜੀ ਦਾ ਸਾਧ ਸੰਗਤ ਇਹ ਚਿੱਟੇ ਰੰਗ ਦਾ ਹੀ ਘੋੜਾ ਹੈ, ਚਿੱਟੇ ਰੰਗ ਦਾ ਹੀ ਸਤਿਗੁਰੂ ਜੀ ਦੇ ਹੱਥ ਵਿੱਚ ਬਾਜ ਹੈ, ਚਿੱਟੇ ਰੰਗ ਦਾ ਦਸਤਾਰਾ, ਕਲਗੀ ਲੱਗੀ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਸ਼ਿਕਾਰ ਖੇਡਣ ਚੜ੍ਹੇ ਹਨ। ਇਹ ਤਸਵੀਰ ਰਸਤੇ ਵਿੱਚ ਚਿੱਤਰਕਾਰ ਮਹਾਰਾਜ ਜੀ ਨੂੰ ਮਿਲਦੇ ਹਨ ਤੇ ਉਹ ਚਿੱਤਰਕਾਰ ਤਸਵੀਰ ਬਣਾਉਂਦੇ ਹਨ ਮਹਾਰਾਜ ਜੀ ਦੀ। ਉਹ ਅੱਜ ਵੀ ਬਾਬਾ ਬਿਧੀ ਚੰਦ ਜੀ ਦੀ ਅੰਸ਼ ਬੰਸ, ਬਾਬਾ ਅਵਤਾਰ ਸਿੰਘ ਜੀਆਂ ਦੇ ਕੋਲ ਉਹ ਜਿਹੜਾ ਤਸਵੀਰ ਚਿੱਤਰਕਾਰਾਂ ਨੇ ਚਿੱਤਰ ਸਤਿਗੁਰਾਂ ਦਾ ਤਿਆਰ ਕੀਤਾ ਸੀ, ਉਹਨਾਂ ਮਹਾਂਪੁਰਸ਼ਾਂ ਦੇ ਕੋਲ ਸਾਂਭਿਆ ਹੋਇਆ ਹੈ। ਇਹ ਬੜੀ ਸੁੰਦਰ ਕਥਾ ਅੱਗੇ ਛੇਵੇਂ ਪਾਤਸ਼ਾਹ ਜੀ ਦੀ ਆ ਰਹੀ ਹੈ। ਉਹ ਕੱਲ ਦੇ ਪ੍ਰਸੰਗਾਂ ਅੰਦਰ ਆਪ ਜੀ ਨੇ ਸਰਵਣ ਕਰਨੀ, ਬੇਅੰਤ ਭੁੱਲਾਂ ਦੀ ਮਾਫੀ ਬਖਸ਼ਣੀ ਜੀ, ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਜੀ। ਆਓ ਅਖੀਰਲੀਆਂ ਪੰਕਤੀਆਂ ਸਰਵਣ ਕਰਕੇ ਫਤਿਹ ਦੀ ਸਾਂਝ ਪਾਈਏ ਜੀ। ਜਾਮਾ ਗਰ ਅਬਿਰਾਮ ਚੀਨ ਬਹੁ। ਸੂਖਮ ਸੂਤ ਦਿਪਹਿ ਤਨ ਚਾਰ। ਸਿਰ ਉਸ਼ਨੀਕ ਨੀਕ ਬਿਦ ਬੰਦਨ। ਹੀਰੇ ਸਵੇਤ ਜਿਗਾ ਦੁਦਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।